शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਡਾਕਟਰ ਸ਼ਿੰਦਰ ਪੁਰੇਵਾਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 7:40 ਹੋਏ ਨੇ। 28 ਦਸੰਬਰ ਦਾ ਦਿਨ ਹੈ, ਵਰਾ 2021 ਦਾ 14 ਪੋ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲੀਏ ਪੰਜਾਬ ਨੂੰ। ਪਹਿਲਾਂ ਹੀ ਲੇਟ ਹੈ ਸਰਦਾਰ ਨਵਕਿੰਨ ਸਿੰਘ ਪੱਤੀ ਮੇਰੇ ਨਾਲ ਨੇ, ਪੱਤੀ ਸੇਖਵਾਂ ਬਰਨਾਲਿਓਂ। ਸਰਦਾਰ ਨਵਕਿੰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਅਦਲਾ ਬਦਲੀ ਗੱਡੀ ਰੇਲ ਗੱਡੀ ਦੀਆਂ ਬੋਗੀਆਂ ਵਾਂਗੂ ਹੋ ਰਹੀ ਆ ਸ਼ੰਟਿੰਗ ਯਾਰਡ ਤੇ ਜਿਵੇਂ ਹੁੰਦੀ ਹੈ। ਤੁਸੀਂ ਦੇਖੋ ਕਿੱਥੋਂ ਕਿੱਥੇ ਕਹਾਣੀ ਖੜੀ ਆ ਪਿਛਲੇ 3 ਮਹੀਨਿਆਂ 'ਚ। ਫਤਿਹ ਜੰਗ ਸਿੰਘ ਬਾਜਵਾ ਦਾ ਮੁੰਡਾ ਡਿਪਟੀ ਲੱਗਦਾ ਫਿਰ ਦੋਨੇ ਭਾਈ ਕਦੇ ਆਲੇ ਦੁਆਲੇ ਸਰਦਾਰ ਅਮਰਿੰਦਰ ਸਿੰਘ ਦੇ, ਤੇ ਹੁਣ BJP ਦੇ ਵਿੱਚ ਨਾਲ ਬਲਵਿੰਦਰ ਲਾਡੀ ਜਿਹੜਾ ਸਾਬਕਾ ਅਕਾਲੀ ਵਿਧਾਇਕ ਹੈ, ਤੇ ਹੋਰ ਕਿਹੜੇ ਨੇ, ਤੇ 5 ਹੋਣਾ ਜੀ ਗਿੱਲ ਸਾਹਿਬ। ਦੇਖੋ, ਅੱਜ ਕਾਂਗਰਸ ਨੂੰ ਇੱਕ ਬਹੁਤ ਵੱਡਾ ਝਟਕਾ ਹੈ ਜਿਹੜਾ ਉਹ ਲੱਗਿਆ। ਕਾਂਗਰਸ ਦੇ 2 ਸਿਟਿੰਗ MLA, ਅਕਾਲੀ ਦਲ ਦਾ ਇੱਕ ਸਾਬਕਾ MLA, ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਗਿੱਲ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਗਾ ਕਿ ਸਥਿਤੀਆਂ ਪਿਛਲੇ 3 ਮਹੀਨਿਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਬਦਲੀਆਂ। ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਾਈ, ਉਹਦੇ ਇੱਕ ਪਾਸੇ ਕੁਰਸੀ ਪ੍ਰਤਾਪ ਸਿੰਘ ਬਾਜਵਾ ਢਾਹ ਲੈਂਦਾ ਸੀ, ਇੱਕ ਪਾਸੇ ਫਤਿਹ ਜੰਗ ਬਾਜਵਾ ਢਾਹ ਲੈਂਦਾ ਸੀ। ਪਹਿਲਾਂ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੀ ਬਹੁਤ ਸਖਤ ਟੱਕਰ ਕੈਪਟਨ ਅਮਰਿੰਦਰ ਸਿੰਘ ਨਾਲ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਫਤਿਹ ਜੰਗ ਬਾਜਵਾ ਨੂੰ ਪਾਸੇ ਕਰਕੇ ਕਾਂਗਰਸ ਦੀ ਪ੍ਰਧਾਨਗੀ ਸਾਂਭੀ ਸੀ। ਖੈਰ, ਉਹਦੇ ਮੁੰਡੇ ਨੂੰ DSP ਲਾਉਂਦੇ ਅੱਜ ਸਥਿਤੀਆਂ ਇਹ ਬਣ ਗਈਆਂ ਕਿ ਸਿਆਸਤ ਤੁਸੀਂ ਦੇਖੋ ਗਿੱਲ ਸਾਹਿਬ ਕਿੱਦਾਂ ਦੀ ਆ, ਕਿ ਸਕੇ ਭਰਾਵਾਂ ਦੇ ਵਿੱਚ ਸਿਆਸਤ ਆ ਜਿਹੜੀ ਉਹ ਅਜਿਹੀਆਂ ਇੱਕ ਦੂਜੇ ਦੇ ਨਾਲ ਕੜਤਣਾ ਪਾਉਂਦੀ ਹੈ ਕਿ ਇੱਕ ਭਰਾ ਦੂਸਰੇ ਭਰਾ ਦਾ ਦੁਸ਼ਮਣ ਬਣ ਕੇ ਸਿਆਸਤ ਦੇ ਵਿੱਚ ਖੜ ਜਾਂਦਾ ਹੈ। ਹੁਣ ਕਾਦੀਆਂ ਵਿਧਾਨ ਸਭਾ ਸੀਟ ਤੋਂ ਫਤਿਹ ਜੰਗ ਬਾਜਵਾ ਜਿੱਤਿਆ ਹੋਇਆ। ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਸੀਨੀਅਰ ਆਗੂ ਹੈ, ਉਹਨੂੰ ਕਾਂਗਰਸ ਨੇ ਐਤਕੀ ਜ਼ਿੰਮੇਵਾਰੀਆਂ ਵੱਡੀਆਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਤਾਂ ਕਾਦੀਆਂ ਤੋਂ MLA ਬਣੂ, ਹਾਲਾਂਕਿ ਰਾਜ ਸਭਾ ਮੈਂਬਰ ਆ, ਪਰ ਜਿਹੜੀ ਮੰਤਰੀ ਬਣ ਕੇ ਮਲਾਈ ਖਾਣੀ ਹੈ ਉਹ ਨਜ਼ਰ ਆਉਂਦੀ ਆ ਉਹਨੂੰ। ਔਰ ਫਤਿਹ ਜੰਗ ਬਾਜਵਾ ਨੇ ਕਿਹਾ ਕਿ ਜਦੋਂ ਮੈਂ ਇੱਥੋਂ ਸਿਟਿੰਗ MLA ਆ, ਮੈਂ ਜਿੱਤਿਆ ਹੋਇਆ, ਮੇਰੀ ਸੀਟ ਆ। ਉਹ ਕਹਿੰਦਾ ਨਹੀਂ, ਮੈਂ ਵੱਡਾ ਲੀਡਰ ਆ, ਮੈਂ ਇੱਥੋਂ ਲੜੂ। ਨਵਜੋਤ ਸਿੰਘ ਸਿੱਧੂ ਜਾ ਕੇ ਥਾਪੀ ਵੀ ਦੇ ਆਇਆ ਫਤਿਹ ਜੰਗ ਬਾਜਵਾ ਨੂੰ, ਪਰ ਉਹਨੂੰ ਲੱਗਿਆ ਕਿ ਉਹਦੀ ਟਿਕਟ ਕੱਟੀ ਜਾਊ, ਤੇ ਅੱਜ ਉਹ ਭਾਰਤੀ ਜਨਤਾ ਪਾਰਟੀ ਨੇ ਪੁੱਛ ਲਿਆ। ਕਾਂਗਰਸ ਦਾ ਹੀ MLA ਆ ਸ਼੍ਰੀ ਹਰਗੋਬਿੰਦਪੁਰਾ ਤੋਂ ਬਲਵਿੰਦਰ ਸਿੰਘ ਲਾਡੀ, ਉਹ ਵੀ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਿਆ। ਸ਼੍ਰੋਮਣੀ ਅਕਾਲੀ ਦਲ ਦਾ 3 ਵਾਰ MLA ਜਿੱਤਿਆ। ਸ਼੍ਰੋਮਣੀ ਅਕਾਲੀ ਦਲ ਨੇ ਉਹਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਬਣਾਇਆ। ਗੁਰਤੇਜ ਸਿੰਘ ਸਾਬਕਾ MLA 3 ਵਾਰ ਦਾ ਜਿੱਤਿਆ, ਜੋ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਿਆ। ਕਮਲ ਬਖਸ਼ੀ ਮੈਂਬਰ ਰਿਹਾਗਾ SS ਬੋਰਡ ਦਾ, ਉਹ ਵੀ ਜੁਆਇਨ ਕਰ ਗਿਆ। ਜਗਦੀਪ ਸਿੰਘ ਢਾਲੀਵਾਲ ਵੀ ਕਰ ਗਿਆ। ਸਭ ਤੋਂ ਗਿੱਲ ਸਾਹਿਬ ਜਿਹੜੀ ਵੱਡੀ ਗੱਲ ਮੈਨੂੰ ਲੱਗੀ, ਦੇਖੋ 2 ਕਾਂਗਰਸ ਦੇ MLA ਚਲੇ ਗਏ, ਅਕਾਲੀ ਦਲ ਦਾ 3 ਵਾਰ MLA ਜਿੱਤਿਆ ਬੰਦਾ ਚਲਿਆ ਗਿਆ, ਮੈਨੂੰ ਵੱਡੀ ਗੱਲ ਨਹੀਂ ਲੱਗੀ। ਮੈਨੂੰ ਸਭ ਤੋਂ ਵੱਡੀ ਗੱਲ ਜਿਹੜੀ ਲੱਗੀ ਉਹ ਲੱਗੀ ਰਾਜਦੇਵ ਸਿੰਘ ਖਾਲਸਾ ਦੀ। ਜਿਹੜੀ 89 ਦੀ ਇਲੈਕਸ਼ਨ ਹੋਈ ਹੈ ਨਾ ਗਿੱਲ ਸਾਹਿਬ, ਜਦੋਂ 1999 ਦੇ ਵਿੱਚ ਇਲੈਕਸ਼ਨਾਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨੇ ਜਿੱਤੀਆਂ, ਮੈਂਬਰ ਪਾਰਲੀਮੈਂਟ ਬਣ ਕੇ ਜਿੱਤੇ, ਉਦੋਂ ਸਾਡੇ ਵਾਲੀ ਸੰਗਰੂਰ ਲੋਕ ਸਭਾ ਸੀਟ ਤੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜਿੱਤਿਆ। ਰਾਜਦੇਵ ਸਿੰਘ ਖਾਲਸਾ ਉਦੋਂ MP ਬਣਦਾ, ਹਾਲਾਂਕਿ ਉਸ ਤੋਂ ਬਾਅਦ ਕਈ ਵਾਰ ਉਹਦਾ ਨਾਂ ਗਾ ਜਿਹੜਾ ਉਹ ਬਹੁਤ ਵਾਰ ਚਰਚਾ ਦਾ ਵਿਸ਼ਾ ਬਣਿਆ। ਕਈ ਪਾਰਟੀਆਂ ਦੇ ਵਿੱਚੋਂ ਦੀ ਉਹ ਹੋ ਕੇ ਆਏ, ਪਰ ਅੱਜ ਭਾਗਵਾਂ ਪਾਰਟੀ ਦਾ ਝੰਡਾ ਉਹਨਾਂ ਨੇ ਫੜਿਆ ਔਰ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਈ ਰਾਜਦੇਵ ਸਿੰਘ ਖਾਲਸਾ। ਸੋ ਇੱਕ ਵੱਡੀ ਗੱਲ ਹੈ ਕਿ ਗੁਰੂ ਦੇ ਸਿੱਖ। ਔਰ 1999 ਦੀ ਜਿਹੜੀ ਇਲੈਕਸ਼ਨ ਹੈ ਗਿੱਲ ਸਾਹਿਬ, ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਉਸ ਇਲੈਕਸ਼ਨ ਦੇ ਬਾਰੇ ਦੇ ਵਿੱਚ, ਉਹ ਇਲੈਕਸ਼ਨ ਜਿੱਤਣ ਵਾਲਾ ਬੰਦਾ ਅੱਜ BJP ਜੁਆਇਨ ਕਰ ਗਿਆ, ਸਾਬਕਾ ਮੈਂਬਰ ਪਾਰਲੀਮੈਂਟ। ਸੋ ਭਾਜਪਾ ਦਣਦਣਾਉਂਦੀ ਆ ਰਹੀ ਹੈ ਪੰਜਾਬ ਦੇ ਵਿੱਚ। 5 ਜਨਵਰੀ ਨੂੰ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਹੋਣੀ ਹੈ, ਉਹਦੇ 'ਚ ਵੱਡੇ ਐਲਾਨ ਹੋ ਸਕਦੇ ਨੇ। ਸੁਖਬੀਰ ਬਾਦਲ ਨੇ ਅੱਜ ਪਹਿਲਾਂ ਹੀ ਮੰਗ ਰੱਖਤੀ ਕਿ ਜੇ ਪ੍ਰਧਾਨ ਮੰਤਰੀ ਨੇ ਪੰਜਾਬ ਆਉਣਾ, ਐਲਾਨ ਕਰਨੇ ਨੇ, ਤਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰਨ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਨ, ਪੰਜਾਬ ਦੇ ਪਾਣੀਆਂ ਦੀ ਗੱਲ ਕਰਨ। ਤਿੰਨੇ ਵੱਡੇ ਮਸਲੇ ਆ, ਪਰ ਲੱਗਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸਲੇ ਹੱਲ ਤੱਕ ਹੀ ਕਰਨੇ ਆ। ਹਾਂ, ਇੰਨਾ ਕੁ ਜ਼ਰੂਰ ਹੈ, ਮਧਾਣੀ ਜ਼ਰੂਰ ਪਾਣੀ 'ਚ ਪਾ ਕੇ ਚਲੇ ਜਾਣਗੇ। ਇੰਨੇ ਕੁ ਲੱਗਦਾ ਕਿ ਕੁਛ ਐਲਾਨ ਨੇ ਜਿਹੜੇ ਉਹ ਕਰਕੇ ਜਾ ਸਕਦੇ ਨੇ।
ਉਹਨਾਂ ਨੂੰ ਹਕੀਕੀ ਰੂਪ ਮਿਲਦਾ ਜਾਂ ਨਹੀਂ ਮਿਲਦਾ ਉਹ ਗਾਂਹਲੀਆਂ ਗੱਲਾਂ ਨੇ। ਕੁਛ ਐਲਾਨ ਨੇ ਜਿਹੜੇ ਉਹ ਇਦਾਂ ਦੇ ਕਰਨਗੇ ਜਿਹਦੇ ਨਾਲ ਪੰਜਾਬ ਦੇ ਵਿੱਚ ਗਿੱਲ ਸਾਹਿਬ ਆਪਣੀਆਂ ਜੜ੍ਹਾਂ ਲਾ ਸਕਣ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ, ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਗਿਆ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਨੇੜਲਾ ਮਿੱਤਰ ਜਾਮ ਛਲਕਾਉਣ ਵਾਲਾ ਰਾਣਾ ਸੋਢੀ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ। ਉਸ ਤੋਂ ਬਾਅਦ ਅੱਜ 2 ਕਾਂਗਰਸ ਦੇ MLA ਚਲੇ ਗਏ, ਹੋਰ ਬਹੁਤ ਸਾਰੇ ਲੋਕ ਜਾ ਰਹੇ ਨੇ ਤੇ 5 ਜਨਵਰੀ ਨੂੰ ਦੱਸ ਰਹੇ ਨੇ ਕਿ ਇੱਕ ਲੰਬੀ ਲਿਸਟ ਹੈ ਜਿਹਦੇ 'ਚ ਕਾਂਗਰਸ ਦੇ ਵੀ ਲੀਡਰ ਨੇ, ਜਿਹਦੇ 'ਚ ਅਕਾਲੀ ਦਲ ਦੇ ਵੀ ਕੁਝ ਲੀਡਰ ਨੇ, ਜਿਹਦੇ 'ਚ ਹੋਰ ਵੀ ਕਾਫੀ ਲੋਕ ਜਿਹੜੇ ਉਹ ਨਜ਼ਰ ਆ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਆਪਦੇ ਵਾਲੇ ਪਾਸੇ ਨੂੰ ਲੈ ਜਾਊਗੀ। ਖਾਸ ਕਰਕੇ ਜਿਨ੍ਹਾਂ ਦੀਆਂ ਸੀਟਾਂ ਗਿੱਲ ਸਾਹਿਬ ਅਦਲਾ ਬਦਲੀ ਹੋ ਰਹੀਆਂ, ਜਿਨ੍ਹਾਂ ਨੂੰ ਐਂ ਲੱਗਦਾ ਵੀ ਟਿਕਟ ਉਹਨਾਂ ਨੂੰ ਮਿਲਦੀ ਨਹੀਂ। ਹੁਣ ਆ ਵੀ ਜਿਹੜੇ ਦੋਨੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਬੀਜੇਪੀ 'ਚ ਗਏ ਨੇ, ਇਹਨਾਂ ਦੋਨਾਂ ਦੀ ਵੀ ਟਿਕਟ ਕੱਟੀ ਜਾਂਦੀ ਇਹਨਾਂ ਨੂੰ ਨਜ਼ਰ ਆਉਂਦੀ ਸੀ। ਇਹਨਾਂ ਨੂੰ ਲੱਗਿਆ ਵੀ ਅੱਜ ਮੌਕਾ ਗਾ, ਕੱਲ ਨੂੰ ਕਿਤੇ ਅਸੀਂ ਪਛੜ ਨਾ ਜਾਈਏ, ਤੋ ਇਹਦੇ 'ਚੋਂ ਬੀਜੇਪੀ 'ਚ ਜਾ ਰਹੇ ਨੇ। ਪਰ ਪੱਛਮੀ ਬੰਗਾਲ 'ਚ ਵੀ ਇੱਦਾਂ ਹੀ ਜਾਂਦੇ ਸੀ। ਮਮਤਾ ਬੈਨਰਜੀ ਨੇ ਜਦੋਂ ਲਲਕਾਰਾ ਮਾਰਿਆ, ਉਸ ਤੋਂ ਬਾਅਦ ਪੱਛਮੀ ਬੰਗਾਲ ਦੀ ਇਲੈਕਸ਼ਨ ਦਾ ਇੱਕ ਰੂਪ ਬਦਲਿਆ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਡੀ ਗਿਣਤੀ ਵਿਧਾਇਕ, ਸਾਬਕਾ ਵਿਧਾਇਕ ਸ਼ਾਮਲ ਹੋਣ ਦੇ ਬਾਵਜੂਦ ਉੱਥੋਂ ਦੇ ਲੋਕਾਂ ਦੇ ਮਨ ਨਹੀਂ ਬਦਲੇ। ਤੋ ਪੰਜਾਬ ਦੇ ਵਿੱਚ ਵੀ ਲੋਕਾਂ ਦੇ ਮਨ ਅਜੇ ਤੱਕ ਬਦਲਦੇ ਨਜ਼ਰ ਨਹੀਂ ਆਉਂਦੇ, ਪਰ ਲੀਡਰ ਜ਼ਰੂਰ ਬਦਲਦੇ ਨਜ਼ਰ ਆਉਂਦੇ ਨੇ। ਕੁਛ ED ਤੋਂ ਡਰੀ ਜਾਂਦੇ ਨੇ, ਕੁਛ IT ਤੋਂ ਡਰੀ ਜਾਂਦੇ ਨੇ, ਕੁਛ ਭਾਰਤੀ ਜਨਤਾ ਪਾਰਟੀ ਦੇ ਦਬਕੇ ਤੋਂ ਡਰੀ ਜਾਂਦੇ ਨੇ, ਕੁਛ ਨਵਜੋਤ ਸਿੰਘ ਸਿੱਧੂ ਜੋ ਖਾਰੇ ਪਾ ਰਿਹਾ ਉਹ ਤੋਂ ਡਰੀ ਜਾਂਦੇ ਨੇ। ਤਾਂ ਇਹ ਵੱਖ-ਵੱਖ ਕਾਰਨ ਨੇ ਗਿੱਲ ਸਾਹਿਬ ਜਿਹਦੇ ਕਰਕੇ ਲੋਕ ਪਾਰਟੀਆਂ ਦੀਆਂ ਅਦਲਾ ਬਦਲੀਆਂ ਨੇ ਜਿਹੜੀਆਂ ਉਹ ਕਰ ਰਹੇ ਜੀ। ਅੱਛਾ, ਹੁਣ ਇਹ 2 ਇੰਟਰਵਿਊਆਂ ਵੱਡੀਆਂ ਜਿਹੜੀਆਂ ਹੋਈਆਂ, ਇੱਕ ਸੁੱਚਾ ਸਿੰਘ ਛੋਟੇਪੁਰ ਨੇ ਭਗਵੰਤ ਮਾਨ ਤੇ ਸੈੱਟ ਕਰਤਾ। ਉਹ ਕਹਿੰਦਾ ਮੈਂ ਤਾਂ ਬਾਪੂ ਵਾਂਗੂ ਸੀ, ਮੈਂ ਤਾਂ ਸਾਂਭਦਾ ਰਿਹਾ, ਉਹਦੀ ਸ਼ਰਾਬ ਖਰਾਬ ਹੈ, ਉਹਦੀ ਦਾਰੂ ਮਾੜੀ ਹੈ, ਉਹ ਤਾਂ ਬਰਗਾੜੀ ਜਦ ਪਛਤਾਤਾਪ ਦੇ ਭੋਗ ਪਏ ਉੱਥੇ ਦਾਰੂ ਪੀ ਕੇ ਜਾ ਵੜੇ, ਜੇ ਮੈਂ ਨਾ ਸਾਂਭਦਾ ਲੋਕਾਂ ਨੇ ਮਲ ਦੇਣਾ ਸੀ। ਉਹਦੇ ਬਾਅਦ ਘੁੱਗੀ ਕਹਿੰਦਾ ਭਿਖਾਰੀ ਬਣਾ ਕੇ ਕੇਜਰੀਵਾਲ ਲਈ ਫਿਰਦਾ ਭਗਵੰਤ ਮਾਨ ਨੂੰ, ਜੇ ਦੇਣੀ ਆ ਦੇ CMਸ਼ਿਪ, ਨਹੀਂ ਦੇਣੀ ਨਹੀਂ। ਬਹੁਤ ਘਾਤਕ ਗੇਮ ਜਿਹੜੀ ਕੇਜਰੀਵਾਲ ਖੇਡ ਰਿਹਾ। ਇਹਦਾ ਮਤਲਬ ਜੇ ਉਹ ਇਹੋ ਜਿਹਾ ਕੁਛ ਕਰ ਰਿਹਾ ਹੈ, ਇਹਦਾ ਮਤਲਬ ਦਿਲੋਂ ਪਿਆਰ ਨਹੀਂ ਉਹਦਾ ਪੰਜਾਬ ਨਾਲ, ਆਪਣੀ ਉਹ ਸਰਦਾਰੀ ਉੱਥੇ ਰੱਖਣਾ ਚਾਹੁੰਦਾ ਹੈ। ਤੇ ਹੁਣ ਗੁਣਾ ਰਾਜੇਵਾਲ ਦਾ ਪਊਗਾ ਜਾਂ ਫਿਰ ਕੀ ਖਬਰਾਂ ਕੀ ਨੇ, ਕੀ ਕਰ ਰਹੀ ਹੈ ਪਾਰਟੀ? ਦੇਖੋ ਗਿੱਲ ਸਾਹਿਬ, ਇੱਕ ਤਾਂ ਆਮ ਆਦਮੀ ਪਾਰਟੀ ਨੇ ਅੱਜ 15 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ। ਇਹ ਜਿਹੜੇ 15 ਉਮੀਦਵਾਰਾਂ ਦਾ ਐਲਾਨ ਕੀਤਾ, ਇਹ 15 'ਚ ਮੈਂ ਇੱਕੋ ਹੀ ਬੰਦੇ ਤੇ ਚਾਨਣਾ ਪਾਊਂਗਾ। ਹਾਲਾਂਕਿ ਪਾਈ 15 ਤੇ ਵੀ ਜਾ ਸਕਦੀ ਆ, ਕੱਲੇ ਦੇ ਉੱਤੇ ਚਾਨਣਾ ਪਾਇਆ ਜਾ ਸਕਦਾ, ਪਰ ਇੱਕ ਬੰਦੇ ਤੇ ਮੈਂ ਵਿਸ਼ੇਸ਼ ਤੌਰ ਤੇ ਚਾਨਣਾ ਪਾਊਂਗਾ। ਇਹ ਬੰਦਾ ਹੈਗਾ ਜੀ ਕੁਲਵੰਤ ਸਿੰਘ ਮੋਹਾਲੀ ਵਾਲਾ। ਅੱਛਾ ਜੀ, ਜਿਹਨੇ ਪਲਾਟ ਕੱਟਿਆ ਗਿੱਲ ਸਾਹਿਬ, ਮੋਹਾਲੀ ਦਾ ਕਲੋਨਾਈਜ਼ਰ। ਵਾਹ 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 ਵਾਹ। ਉਹ ਆਮ ਆਦਮੀ ਪਾਰਟੀ ਵੱਲੋਂ? ਬਿਲਕੁਲ ਜੀ, ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਤੋਂ ਚੋਣ ਲੜੂ। ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਚੋਣ ਲੜ ਚੁੱਕਿਆ ਗਾ, ਮੇਅਰ ਰਿਹਾ ਮੋਹਾਲੀ ਦਾ। ਔਰ ਮੋਹਾਲੀ ਦੇ ਵਿੱਚ ਉਹ ਉਰੇ ਤੋਂ ਲੈ ਕੇ ਪਰੇ ਤੱਕ ਖਾੜ ਲਾਂਡਰਾਂ ਜਿੰਨੇ ਪਲਾਟ ਨੇ ਉਹਨਾਂ 'ਚ ਬਹੁਤੇ ਇਹਦੀ ਕੱਟੇ ਹੋਏ ਨੇ ਭਾਈ ਸਾਹਿਬ ਦੇ। ਬਿਲਕੁਲ। ਸੋ ਇਹ ਬੰਦੇ ਨੂੰ ਅੱਜ ਆਮ ਆਦਮੀ ਪਾਰਟੀ ਆਪਣੇ ਵੱਲੋਂ ਟਿਕਟ ਦੇ ਕੇ ਬਾਂਹ ਖੜੀ ਕਰਕੇ, ਜਦੋਂ ਇਹ ਕਹਿੰਦੀ ਹੈ ਨਾ ਅਸੀਂ ਰਾਜਨੀਤਿਕ ਕਾਰਨ ਨਹੀਂ ਰਾਜਨੀਤਿਕ ਬਦਲਣ ਆਏ ਆ, ਤਾਂ ਉਹਦੇ ਮੂਹਰੇ ਬੈਠਾ ਆਮ ਆਦਮੀ ਹੱਸਦਾ ਨਜ਼ਰ ਆਉਂਦਾ ਉਹਨਾਂ ਦੀ ਗੱਲ ਤੇ ਗਿੱਲ ਸਾਹਿਬ। ਔਰ ਜਦੋਂ ਤੁਸੀਂ ਕੁਲਵੰਤ ਸਿੰਘ ਵਰਗੇ ਲੋਕਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਕੇ ਤੁਸੀਂ ਇਹ ਕਹੋ ਵੀ ਅਸੀਂ ਆਮ ਆਦਮੀ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਆ ਨਾ, ਔਰ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਸਾਡੇ ਕਣੀ ਕਾਂਗਰਸ 'ਚੋਂ ਤਾਂ ਬਹੁਤ ਲੋਕ ਆਉਣਾ ਚਾਹੁੰਦੇ ਨੇ ਪਰ ਅਸੀਂ ਲੈ ਨਹੀਂ ਰਹੇ। ਜਦੋਂ ਤੁਸੀਂ ਕੁਲਵੰਤ ਸਿੰਘ ਨੂੰ ਸ਼ਾਮਲ ਕਰ ਸਕਦੇ ਹੋ ਤਾਂ ਫਿਰ ਹੋਰ ਜਿਹੜੇ ਤੁਹਾਡੇ ਇਹ ਕਾਂਗਰਸ ਕਣੀ ਆਉਣ, ਚਾਹੇ ਭਾਜਪਾ ਕਣੀ ਆਉਣ, ਚਾਹੇ ਅਕਾਲੀ ਦਲ ਕਣੀ ਆਉਣ, ਉਹਨਾਂ ਨੂੰ ਕਿਉਂ ਨਹੀਂ ਸ਼ਾਮਲ ਕਰ ਸਕਦੇ? ਉਹ ਕਈ ਤਰ੍ਹਾਂ ਦੇ ਸਵਾਲ ਨੇ, ਕਈ ਤਰ੍ਹਾਂ ਦੀਆਂ ਗੱਲਾਂ ਨੇ ਗਿੱਲ ਸਾਹਿਬ। ਪਰ ਕੁਲਵੰਤ ਸਿੰਘ ਨੂੰ ਇਹਨਾਂ ਨੇ ਸ਼ਾਮਲ ਕੀਤਾ ਪਾਰਟੀ ਦੇ ਵਿੱਚ। ਮੋਹਾਲੀ ਤੋਂ ਉਮੀਦਵਾਰ ਇਹ ਸਾਬਕਾ ਮੇਅਰ ਨੂੰ ਜਿਹੜਾ ਉਹ ਬਣਾਇਆ ਗਾ। ਔਰ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ, ਰਾਜਾ ਸਾਂਸੀ ਤੋਂ ਬਲਦੇਵ ਸਿੰਘ, ਕਪੂਰਥਲਾ ਤੋਂ ਮੰਜੂ ਰਾਣਾ, ਸ਼ਾਹਕੋਟ ਤੋਂ ਰਤਨ ਸਿੰਘ, ਜਲੰਧਰ ਪੱਛਮੀ ਤੋਂ ਸ਼ੀਤਲ ਅੰਗਰਾਲ, ਆਦਮਪੁਰ ਤੋਂ ਜੀਤ ਲਾਲ ਭੱਟੀ, ਬੰਗਾ ਤੋਂ ਕੁਲਜੀਤ ਸਿੰਘ, ਇਹ ਆਮ ਆਦਮੀ ਪਾਰਟੀ ਦੀ ਤਰਫੋਂ ਜਿਹੜੀ ਚੋਣ ਆ ਉਹ ਲੜਨਗੇ। ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਨੂੰ ਇਹਨਾਂ ਨੇ ਉਮੀਦਵਾਰ ਬਣਾਇਆ। ਲਾਭਾ ਤੋਂ ਗੁਰਦੇਵ ਸਿੰਘ ਦੇਵਮਾਨ ਉਹਨੂੰ ਉਮੀਦਵਾਰ ਆ ਜਿਹੜਾ ਇਹਨਾਂ ਨੇ ਗਿੱਲ ਸਾਹਿਬ ਉਹ ਖੜਾ ਕੀਤਾ ਗਾ। ਤਾਂ ਦੇਖਦੇ ਹਾਂ ਹੁਣ ਲੁਧਿਆਣਾ ਦੱਖਣੀ ਤੋਂ ਵੀ ਰਜਿੰਦਰਪਾਲ ਕੌਰ ਸ਼ੀਨਾ ਨੂੰ ਉਮੀਦਵਾਰ ਲਾਉਂਦੇ ਗਾ।
ਜਿਹੜੀ ਕਿਸਾਨਾਂ ਵਾਲੀ ਗੱਲ ਆ ਗਿੱਲ ਸਾਹਿਬ, ਉਹ ਦੇਖੋ ਹੁਣ ਇਹ 88 ਉਮੀਦਵਾਰ ਆ ਜਿਹੜੇ ਆਮ ਆਦਮੀ ਪਾਰਟੀ ਐਲਾਨ ਕੀਤੀ ਆ। ਜੇ ਰਾਜੇਵਾਲ ਦੇ ਨਾਲ ਇਹਨਾਂ ਨੇ ਗੱਠਜੋੜ ਕਰਨਾ ਹੁੰਦਾ ਤਾਂ ਮੈਨੂੰ ਲੱਗਦਾ ਜਿਹੜੇ 15 ਅੱਜ ਐਲਾਨੇ ਨੇ ਜਾਂ ਜਿਹੜੇ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਐਲਾਨੇ ਨੇ ਉਹ ਨਾਲ ਆਉਂਦੇ। ਤੋ ਦਰਅਸਲ ਗੱਲ ਹੁਣ ਇੱਥੇ ਜਾ ਖੜੀ ਕਿ ਬਹੁਤੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਤਾਂ ਇਲੈਕਸ਼ਨ ਨਹੀਂ ਲੜ ਰਹੀਆਂ। ਆਪਾਂ ਤਾਂ ਗਿੱਲ ਸਾਹਿਬ ਪਿਛਲੇ 1.5 ਸਾਲ ਤੋਂ ਕਹਿ ਰਹੇ ਹਾਂ, ਆਪਣੀ ਗੱਲ ਬਿਲਕੁਲ ਸਹੀ ਸਾਬਤ ਹੋ ਰਹੀ ਆ ਕਿ ਬਹੁਤੇ ਕਿਸਾਨ ਆਗੂ ਨੇ ਜਿਹੜੇ ਉਹ ਇਲੈਕਸ਼ਨ ਵਾਲੇ ਪਾਸੇ ਨਹੀਂ ਜਾਣਗੇ। ਰਾਜੇਵਾਲ ਜ਼ਰੂਰ ਇਲੈਕਸ਼ਨ 'ਚ ਤਾਹੂ ਹੋਇਆ ਫਿਰਦਾ, ਉਹ ਮਾਨਸਾਲਾ ਕੁੰਡੇ ਵਾਲਾ ਬਾਬਾ ਤਾਹੂ ਹੋਇਆ ਫਿਰਦਾ, 2-3 ਹੋਰ ਨੇ ਕੁਲਵੰਤ ਸੰਧੂ ਕਰਕੇ, ਰੁੜਕੇ ਵਾਲਾ ਕੁਲਵੰਤ ਉਹ ਪੂਰਾ ਤਾਹੂ ਹੈ। ਤਾਂ ਲੇਕਿਨ ਕੁਝ ਕਿਸਾਨ ਆਗੂਆਂ ਨੇ ਪਹਿਲਾਂ ਹੀ ਕਹਿਤਾ ਸੀ, ਡਾਕਟਰ ਦਰਸ਼ਨਪਾਲ ਨੇ ਕਿਹਾ ਅਸੀਂ ਚੋਣ ਨਹੀਂ ਲੜਾਂਗੇ, ਅਸੀਂ ਇਹਦਾ ਹਿੱਸਾ ਨਹੀਂ ਬਣਾਂਗੇ। ਸਰਜੀਤ ਸਿੰਘ ਫੂਲ ਨੇ ਕਿਹਾ ਕਿ ਅਸੀਂ ਇਲੈਕਸ਼ਨ 'ਚ ਕਦੇ ਪਾਰਟੀਸਪੇਟ ਨਹੀਂ ਕਰਾਂਗੇ। ਬਲਦੇਵ ਸਿੰਘ ਸਿਰਸਾ ਨੇ ਕਿਹਾ ਅਸੀਂ ਇਲੈਕਸ਼ਨ 'ਚ ਪਾਰਟੀਸਪੇਟ ਨਹੀਂ ਕਰਾਂਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਲੈਕਸ਼ਨ 'ਚ ਪਾਰਟੀਸਪੇਟ ਅਸੀਂ ਨਹੀਂ ਕਰਾਂਗੇ, ਸਾਡਾ ਕੰਮ ਕਿਸਾਨ ਮਸਲਿਆਂ ਤੇ ਲੜਨਾ, ਕਿਸਾਨ ਮਸਲਿਆਂ ਤੇ ਲੜਾਂਗੇ, ਇਲੈਕਸ਼ਨ ਲੜ ਕੇ ਰਾਜਨੀਤੀ ਕਰਨਾ ਸਾਡਾ ਪਰਪਸ ਨਹੀਂ ਹੈ। ਤੇ ਨਾ ਹੀ ਸੰਯੁਕਤ ਮੋਰਚਾ ਇਸ ਕੰਮ ਦੇ ਲਈ ਬਣਿਆ ਸੀਗਾ। ਸੋ ਬਹੁਤੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਇਲੈਕਸ਼ਨ ਨਹੀਂ ਲੜ ਰਹੀਆਂ। ਮੇਰੇ ਹਿਸਾਬ ਨਾਲ ਗਿੱਲ ਸਾਹਿਬ ਜੇ ਦੇਖਣਾ ਹੋਵੇ, ਜਿਨ੍ਹਾਂ ਦਾ 80% ਆਧਾਰ ਆ ਉਹ ਇਲੈਕਸ਼ਨ ਨਹੀਂ ਲੜ ਰਹੀਆਂ। ਇਲੈਕਸ਼ਨ ਲੜ ਕੌਣ ਰਿਹਾ? ਇਲੈਕਸ਼ਨ ਤਾਂ ਸਾਰੇ ਹੀ ਮੇਨ ਦੇ ਵਿੱਚੋਂ ਤਾਂ 4 ਆਗੂ ਸੀਗੇ ਪੰਜਾਬ ਦੇ। ਜਿਹੜੀ 9 ਮੈਂਬਰੀ ਕੋਰ ਕਮੇਟੀ ਸੀਗੀ ਉਹਦੇ ਵਿੱਚ 9 ਮੈਂਬਰੀ ਕੋਰ ਕਮੇਟੀ ਜਿਹੜੀ ਭਾਰਤ ਪੱਧਰ ਤੇ ਸੀ ਉਹ 'ਚ 4 ਲੀਡਰ ਸੀ ਪੰਜਾਬ ਦੇ। ਉਹ 4 'ਚੋਂ 3 ਇਲੈਕਸ਼ਨ ਨਹੀਂ ਲੜ ਰਹੇ। 4 ਸੀਗੇ, ਇੱਕ ਤਾਂ ਡਾਕਟਰ ਦਰਸ਼ਨਪਾਲ ਸੀ, ਬਲਵੀਰ ਸਿੰਘ ਰਾਜੇਵਾਲ ਸੀ, ਜਗਜੀਤ ਸਿੰਘ ਡੱਲੇਵਾਲ ਸੀ ਤੇ ਚੌਥਾ ਜੋਗਿੰਦਰ ਗਰਾਹਾਂ ਸੀ। ਇਹ 4 ਵੱਡੇ ਲੀਡਰ ਪੰਜਾਬ ਦੇ ਸੀ। ਇਹ 'ਚੋਂ 3 ਲੀਡਰ ਨੇ ਜਿਹੜੇ, ਨਾ ਜੋਗਿੰਦਰ ਗਰਾਹਾਂ ਇਲੈਕਸ਼ਨ 'ਚ ਜਾ ਰਿਹਾ, ਨਾ ਡਾਕਟਰ ਦਰਸ਼ਨਪਾਲ ਇਲੈਕਸ਼ਨ 'ਚ ਜਾ ਰਿਹਾ, ਨਾ ਜਗਜੀਤ ਸਿੰਘ ਡੱਲੇਵਾਲ ਜਾ ਰਿਹਾ। ਜਾ ਕੌਣ ਰਿਹਾ? ਇਕੱਲਾ ਰਾਜੇਵਾਲ। ਔਰ ਉਹਨੂੰ ਸਪੋਰਟ ਕੌਣ ਕਰ ਰਿਹਾ? ਇੱਕ ਪਾਸੇ ਉਹਦੇ ਹਰਮੀਤ ਕਾਦੀਆਂ ਬੈਠਾ ਹੁੰਦਾ, ਦੂਜੇ ਪਾਸੇ ਕੁਲਵੰਤ ਸੰਧੂ ਬੈਠਾ ਹੁੰਦਾ, ਉਧਰੋਂ ਕੁੰਡੇ ਵਾਲਾ ਬਾਬਾ ਵਰਕਾ ਮਾਰਦਾ। 5ਵਾਂ 6ਵਾਂ ਇਹਨਾਂ ਕੋਲੇ ਬੰਦਾ ਹੈ ਨਹੀਂ। ਕਹਿਣ ਨੂੰ ਲਿਸਟਾਂ ਬਣਾਈ ਫਿਰਦੇ ਨੇ, ਸਾਡੇ ਕੋਲੇ 20 ਜਥੇਬੰਦੀਆਂ, ਸਾਡੇ ਕੋਲੇ 21 ਜਥੇਬੰਦੀਆਂ, ਲੇਕਿਨ ਹਕੀਕਤ ਇਹ ਆ ਕਿ ਇਹਨਾਂ ਨਾਲ ਕੋਈ ਨਹੀਂ ਤੁਰਿਆ। ਪੰਜਾਬ ਦੇ ਜਿੰਨੇ ਬੌਧਿਕ ਹਲਕੇ ਨੇ ਉਹ ਸਾਰੇ ਕਹਿ ਚੁੱਕੇ ਨੇ ਕਿ ਇਲੈਕਸ਼ਨ ਲੜਨਾ ਸੰਯੁਕਤ ਮੋਰਚੇ ਦਾ ਕੰਮ ਥੋੜੀ ਸੀ। ਲੋਕਾਂ ਨੇ ਜਿਹੜੇ ਵਿਦੇਸ਼ਾਂ ਤੋਂ ਫੰਡ ਭੇਜੇ, ਜਿਹੜੇ ਪੰਜਾਬ ਦੇ ਪਿੰਡਾਂ 'ਚੋਂ ਲੋਕਾਂ ਨੇ ਕਣਕ ਦੀਆਂ ਬਾਲਟੀਆਂ ਭਰ ਟਰਾਲੀਆਂ 'ਚ ਪਾਈਆਂ, ਉਹਨਾਂ ਨੇ ਇਹਨਾਂ ਨੂੰ MLA ਬਣਾਉਣ ਨੂੰ ਥੋੜੀ ਪਾਈਆਂ ਸੀ। ਉਹਨਾਂ ਨੇ ਤਾਂ ਨਰਿੰਦਰ ਮੋਦੀ ਦੇ ਗੱਲ ਤੇ ਗੋਡਾ ਧਰਨ ਨੂੰ ਪਵਾਈਆਂ ਸੀ ਕਿ ਭਾਈ ਖੇਤੀ ਕਾਨੂੰਨ ਵਾਪਸ ਕਰਾਓ। ਔਰ ਉਹਦੇ 'ਚ ਇਹਨਾਂ ਦੀ ਚਿੱਠੀ ਸਾਹਮਣੇ ਆ ਗਈ ਇੱਕ, ਕਿ ਇਹਨਾਂ ਨੇ ਚਿੱਠੀ ਲਿਖੀ ਰਾਜੇਵਾਲ ਸਾਹਿਬ ਹੋਰਾਂ ਨੇ, ਗਿੱਲ ਸਾਹਿਬ ਜੀ। ਔਰ ਚਿੱਠੀ ਜਿਹੜੀ ਕੇਂਦਰ ਸਰਕਾਰ ਨੂੰ ਲਿਖੀ, ਤਜਵੀਜ਼ ਸੀਗੀ, ਉਹ 'ਚ ਸੀਗਾ ਕਿ ਇੱਕ ਕਾਨੂੰਨ ਰੱਦ ਕਰ ਦਿਓ, ਇੱਕ ਕਾਨੂੰਨ ਸਟੇਟਾਂ ਤੇ ਛੱਡ ਦਿਓ। ਔਰ ਇਹ ਜਿਹੜੀ ਗੱਲ ਸੀ, ਇੱਕ ਕਾਨੂੰਨ ਰੱਦ ਕਰਨ ਤੇ ਅਸੀਂ ਉੱਠ ਕੇ ਚਲੇ ਜਾਵਾਂਗੇ। ਉਹ ਤਾਂ ਉਦੋਂ ਬਾਅਦ ਲਖੀਮਪੁਰ ਖੀਰੀ ਵਾਪਰ ਗਿਆ, ਜਿਹਦੇ ਕਰਕੇ ਲੋਕਾਂ ਦਾ ਰੋਹ ਭਰ ਗਿਆ। ਨਹੀਂ ਇਹ ਤਾਂ ਚਿੱਠੀਆਂ ਲਿਖਣ ਲੱਗਿਆ ਹੋਏ ਸੀ ਰਾਜੇਵਾਲ ਹੋਰੀ ਤਾਂ। ਸੋ ਇਹ ਜਿਹੜੀ ਗੱਲ ਸਾਹਮਣੇ ਆਈ ਆ, ਉਹ ਗੱਲ ਨੇ ਹੋਰ ਇਸ ਗੱਲ ਨੂੰ ਜਿਹੜਾ ਪੱਕਾ ਕਰਤਾ। ਸੋ ਹੁਣ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਅਰਵਿੰਦ ਕੇਜਰੀਵਾਲ ਵੀ ਬਣਾਊਗਾ, ਕਿਉਂਕਿ ਉਹਨੂੰ ਵੀ ਪਹਿਲਾਂ ਆਏ ਸੀ ਵੀ ਇਹ ਸਾਰੇ ਕਿਸਾਨ ਇਕੱਠੇ ਨੇ, ਇੱਕ ਲਹਿਰ ਬਣੀ ਹੋਈ ਹੈ। ਔਰ ਉਹਦੇ 'ਚੋਂ ਰਾਜੇਵਾਲ ਵੀ ਕਹਿੰਦਾ ਉਹ ਵੀ ਸਾਰੇ ਆਪਣੇ ਨਾਲ ਹੀ ਨੇ, ਪਰਵਾਹ ਨਾ ਮੰਨ। ਤਾਂ ਉਹਦੇ 'ਚੋਂ ਇਹਨੂੰ ਲੱਗਦਾ ਸੀਗਾ ਕਿ ਸ਼ਾਇਦ ਇਹਨੂੰ ਮੁੱਖ ਮੰਤਰੀ ਦਾ ਉਮੀਦਵਾਰ ਲਾਣ ਦੇਵੇ। ਪਰ ਹੁਣ ਜਦੋਂ ਬਹੁਤੇ ਕਿਸਾਨ ਆਗੂ ਕਹਿੰਦੇ ਨੇ ਵੀ ਅਸੀਂ ਤਾਂ ਵਿਰੋਧ ਕਰਾਂਗੇ ਪਿੰਡਾਂ 'ਚ ਜਾ ਕੇ, ਅਸੀਂ ਤਾਂ ਲੋਕਾਂ ਨੂੰ ਦੱਸਾਂਗੇ ਅਸਲੀਅਤਾਂ ਕੀ ਨੇ, ਤਾਂ ਉਦੋਂ ਫਿਰ ਹੁਣ ਉਹ ਵੀ ਕਿੱਥੇ, ਉਹ ਕਹਿੰਦਾ ਉਹਨੇ ਵੀ ਕਹਿਣਾ ਭਾਈ ਸਾਡੇ ਨਾਲ ਚੜੀ। ਜੇ ਲੱਗ ਲੜਨਗੇ ਗੱਲ ਸਾਹਿਬ ਬੱਟੀ ਦਾ ਇਹਨਾਂ ਦਾ ਕੁਛ ਨਹੀਂ, ਜ਼ਮਾਨਤਾਂ ਜ਼ਬਤ ਵਾਲੀ ਸਥਿਤੀ ਬਣਨੀ ਆ ਜੀ। ਅੱਛਾ, ਚੰਡੀਗੜ੍ਹ ਦੀਆਂ ਜਿਹੜੀਆਂ ਸ਼ਹਿਰ ਦੀਆਂ ਵੋਟਾਂ ਪਈਆਂ, ਉਹਦੇ 'ਚ ਕੁਛ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੱਧ ਸੀਟਾਂ ਮਿਲੀਆਂ, ਜਿਹਦੇ ਕਰਕੇ ਥੋੜ੍ਹਾ ਜਿਹਾ ਜੁਰਕੇ ਦੇ ਵਿੱਚ ਵੀ ਨੇ, ਤੇ ਨਾਲ ਹੀ ਭਾਜਪਾ ਤੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਵੀ, ਦੋਨਾਂ ਨੂੰ ਨਾਲ ਹੀ ਗੱਲਬਾਤ ਉਸ ਦੀ ਵੀ ਦੱਸਿਓ ਜੀ। ਜੀ ਗੱਲ ਸਾਹਿਬ, ਦੇਖੋ ਜਿਹੜਾ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਹੋਈ ਉਹਦੇ 'ਚ ਆਮ ਆਦਮੀ ਪਾਰਟੀ ਇੱਕ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਕੇ ਆਈ। ਦਰਅਸਲ ਚੰਡੀਗੜ੍ਹ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਉਹਦੇ 'ਚ 35 ਸੀਟਾਂ ਦੇ ਉੱਤੇ ਇਲੈਕਸ਼ਨ ਹੋਈ। 35 ਦੇ ਵਿੱਚੋਂ ਗਿੱਲ ਸਾਹਿਬ ਆਮ ਆਦਮੀ ਪਾਰਟੀ ਹੈ ਜਿਹੜੀ ਉਹ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਆ। ਭਾਰਤੀ ਜਨਤਾ ਪਾਰਟੀ ਨੇ 12 ਜਿੱਤੀਆਂ ਨੇ, ਸ਼੍ਰੋਮਣੀ ਅਕਾਲੀ ਦਲ ਨੇ 1 ਜਿੱਤੀ ਆ ਤੇ ਕਾਂਗਰਸ ਨੇ 8 ਜਿੱਤੀਆਂ ਨੇ। ਔਰ ਪਿਛਲੀ ਮਿਊਨਿਸਪਲ ਕਾਰਪੋਰੇਸ਼ਨ 'ਚ 26 ਹਲਕੇ ਸੀ, ਜਿਨ੍ਹਾਂ 'ਚ ਬੀਜੇਪੀ ਨੇ 20, ਕਾਂਗਰਸ ਨੇ 4 ਤੇ ਅਕਾਲੀ ਦਲ ਨੇ 1 ਸੀਟ ਜਿੱਤੀ ਸੀ। ਔਰ 26 ਤੋਂ ਹੁਣ 35 ਕਰ ਦਿੱਤੇ। ਔਰ ਉਦੋਂ ਭਾਜਪਾ ਉੱਥੇ ਬਹੁਮਤ ਦੇ ਵਿੱਚ ਸੀ, ਮੇਅਰ ਭਾਜਪਾ ਦਾ ਬਣਿਆ ਸੀ। ਔਰ ਹੁਣ ਜਦੋਂ 35 ਸੀਟਾਂ ਹੋ ਗਈਆਂ ਗਿੱਲ ਸਾਹਿਬ, ਇੱਕ ਇਹਦੇ 'ਚ ਵੋਟ ਹੁੰਦੀ ਆ ਉੱਥੋਂ ਦੀ MP ਦੀ, MP ਹੈਗੀ ਆ ਬੀਜੇਪੀ ਦੀ।
ਸੋ ਬੀਜੇਪੀ ਨੇ 12 ਸੀਟਾਂ ਜਿਹੜੀਆਂ ਜਿੱਤੀਆਂ, 13 ਮੰਨ ਕੇ ਚੱਲ ਗਏ ਆਪਾਂ, ਕਿਉਂਕਿ ਇੱਕ ਵੋਟ ਇਹਨਾਂ ਨੂੰ ਉੱਥੋਂ ਦੀ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਦੀ ਮਿਲ ਜਾਣੀ ਆ। ਆਮ ਆਦਮੀ ਪਾਰਟੀ ਨੇ ਜਿੱਤੀਆਂ 14। ਬਹੁਮਤ ਦੇ ਲਈ ਗਿੱਲ ਸਾਹਿਬ ਇਹਨਾਂ ਕੋਲੇ ਸੀਟਾਂ ਹੈਗੀਆਂ ਘੱਟ, ਕਿਉਂਕਿ 18 ਸੀਟਾਂ ਦਾ ਬਹੁਮਤ ਆ ਜਿਹੜਾ ਉਹ ਚਾਹੀਦਾ, ਲੇਕਿਨ ਇਹਨਾਂ ਕੋਲੇ ਘੱਟ ਹੈ। ਔਰ ਉਹਦੇ ਚੋਂ ਹੁਣ ਬੀਜੇਪੀ ਦੇ ਹੁਣ ਤੱਕ ਦੀ ਜਿਹੜੀ ਪ੍ਰੈਕਟਿਸ ਰਹੀ ਆ, ਪ੍ਰੈਕਟਿਸ ਇਹ ਰਹੀ ਆ ਬੀਜੇਪੀ ਦੀ ਕਿ ਇਹਨਾਂ ਦਾ ਕੇਰਾ ਹੱਥ ਜਿਹਾ ਪੈ ਜੇ, ਉਦੋਂ ਬਾਅਦ ਤਾਂ ਇਹ ਬਹੁਮਤ ਸਾਬਤ ਆਪ ਹੀ ਕਰ ਲੈਂਦੇ ਹੁੰਦੇ ਨੇ। ਉਹ ਇੱਕ ਚੁਟਕਲਾ ਵੀ ਚੱਲਿਆ ਨਾ ਕਿ ਕਰੋਨਾ ਦੇ ਦਿਨਾਂ 'ਚ ਬਹੁਤਾ ਕੁਝ ਬੰਦ ਰਿਹਾ ਲੇਕਿਨ ਵਿਧਾਇਕ ਵਿਕਦੇ ਰਹੇ, ਤਾਂ ਹੁਣ ਤਾਂ MCU ਹੀ ਨੇ ਇੱਥੇ, ਤਾਂ ਵਿਧਾਇਕ ਵੀ ਹੈ ਨਹੀਂ। ਸੋ ਇਸ ਕਰਕੇ ਇਹ ਹਾਲਤ ਆ ਜਿਹੜੀ ਬਣੀ ਆ। ਉਹ 'ਚ ਜੇ ਵੋਟ ਪਰਸੈਂਟੇਜ ਦੇ ਤੌਰ 'ਤੇ ਦੇਖਣਾ ਤਾਂ ਕਾਂਗਰਸ ਤੇ ਬੀਜੇਪੀ ਉਹਨਾਂ ਦਾ ਵੋਟ ਪਰਸੈਂਟੇਜ ਆ ਜਿਹੜਾ ਲਗਭਗ ਸੇਮ ਜਿਹਾ ਰਿਹਾ। ਕਾਂਗਰਸ ਨੂੰ ਵੱਧ ਵੋਟ ਪਰਸੈਂਟੇਜ ਮਿਲਿਆ ਆਮ ਆਦਮੀ ਪਾਰਟੀ ਦੇ ਨਾਲੋਂ। ਤਾਂ 2016 'ਚ ਇਹਨਾਂ ਨੇ ਇਲੈਕਸ਼ਨ 'ਚ ਪਾਰਟੀਸਪੇਟ ਨਹੀਂ ਕੀਤਾ ਸੀ ਉੱਥੋਂ ਦੀ ਮਿਊਨਿਸਪੈਲਿਟੀ ਦੇ ਵਿੱਚ, ਹਾਲਾਂਕਿ ਆਮ ਆਦਮੀ ਪਾਰਟੀ ਨੇ 2014 'ਚ ਉੱਥੇ ਇਲੈਕਸ਼ਨ ਲੋਕ ਸਭਾ ਦੀ ਲੜੀ ਸੀਗੀ ਔਰ ਉਹਦੇ 'ਚ ਗੁਲਪਨਾਗ ਜਿਹੜੀ ਐਕਟਰੈਸ ਸੀ ਉਹਨੂੰ ਉਮੀਦਵਾਰ ਦੇ ਤੌਰ ਤੇ ਤਾਰਿਆ ਸੀ। ਉਹਨੇ 23.9% ਵੋਟਾਂ ਹਾਸਲ ਕੀਤੀਆਂ ਸੀ। 2019 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੂੰ ਜਿਹੜਾ ਉਹ ਸਿਰਫ 3.8% ਵੋਟਾਂ ਪਈਆਂ ਸੀ। ਉਸ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਹਨਾਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 27% ਵੋਟਾਂ ਪਈਆਂ ਨੇ, ਭਾਜਪਾ ਨੂੰ 29.3 ਤੇ ਕਾਂਗਰਸ ਨੂੰ 29.7% ਵੋਟਾਂ ਨੇ ਜਿਹੜੀਆਂ ਉਹ ਮਿਲੀਆਂ ਨੇ। ਕਾਂਗਰਸ ਨੂੰ ਸੀਟਾਂ ਭਾਵੇਂ 8 ਹੀ ਮਿਲੀਆਂ ਨੇ ਪਰ ਵੋਟ ਪਰਸੈਂਟੇਜ ਆ ਜਿਹੜੀ ਉਹਦੀ ਉਹ ਵੱਧ ਆ ਗਈ। ਤਾਂ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਇਹ ਹੈਗੀ ਕਿ ਆਮ ਆਦਮੀ ਪਾਰਟੀ ਇਹ ਦੋਸ਼ ਲਾ ਰਹੀ ਹੈਗੀ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ MC ਨੇ ਜਿਹੜੇ ਮਿਊਨਿਸਪਲ ਕਾਉਂਸਲਰ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਆ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਹੀ ਆ। ਔਰ ਬੀਜੇਪੀ ਦੇ ਉੱਤੇ ਗਿੱਲ ਸਾਹਿਬ ਇਲਜ਼ਾਮ ਲੱਗ ਰਹੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ 50 ਲੱਖ ਤੋਂ 75 ਲੱਖ ਦੀ ਪੇਸ਼ਕਸ਼ ਆ ਜਿਹੜੀ ਉਹ ਕਰ ਰਹੀ ਹੈ। ਕੋਈ ਹੋਰ ਨਹੀਂ, ਰਾਘਵ ਚੱਢਾ ਦੱਸ ਰਿਹਾ, ਆਮ ਆਦਮੀ ਪਾਰਟੀ ਦਾ ਜਿਹੜਾ ਲੀਡਰ ਹੈ ਉਹ ਦੱਸ ਰਿਹਾ ਹੈਗਾ। ਉਹਨੇ ਦੋਸ਼ ਲਾਇਆ ਬੀਜੇਪੀ ਤੇ ਕਿ ਕਾਉਂਸਲਰਾਂ ਨੂੰ 50 ਤੋਂ 70 ਲੱਖ ਰੁਪਏ ਤੱਕ ਦੀ ਪੇਸ਼ਕਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਆਪ ਦੇ ਸਾਰੇ ਕਾਉਂਸਲਰਾਂ ਦੇ ਘਰ ਬਾਹਰ CCTV ਕੈਮਰੇ ਲਗਾ ਦਿੱਤੇ ਨੇ ਤੇ ਸਾਰੀਆਂ ਫੋਨ ਕਾਲਾਂ ਦੀ ਰਿਕਾਰਡਿੰਗ ਕੀਤੀ ਜਾ ਰਹੀ ਆ, ਜਿਨ੍ਹਾਂ ਨੂੰ ਸਮਾਂ ਆਉਣ ਤੇ ਅਸੀਂ ਜਨਤਕ ਕਰਾਂਗੇ। तो हुण पेच उत्थे इस तरीके का फस गया। दूसरा है कि प्रधानमंत्री नरेंद्र मोदी की जी 5 जनवरी की रैली होनी है, एक तो यह लगता कि चोण जाबता उस तो पहला तो लगन की कोई संभावना नज़र नहीं आ रही, उस तो बाद ही लगूगा। दूसरा है कि उस रैली दे विच प्रधानमंत्री की ऐलान करते हैं ये अजे तक एक रहस बनया होया, पर उंज कहना यही है लोगों का जानकारां दा कि प्रधानमंत्री बहुत बड़े ऐलान करनगे जिहदे नाल पंजाब पंजाबियां ते सिख भाईचारे नूं जिहड़ा खुश कीता जा सके। अच्छा जी, जिहड़ी लुधियाना बंब कांड होया, लुधियाना बंब कांड दियां जिहड़ियां खबरां वो मुंशी जिहड़ा सी ड्रग दे विच चले गया, फिर उसने उत्थे इस बंब नाल अड़ाउण दी ਇਹ ਕੋਸ਼ਿਸ਼ ਕੀਤੀ ਕਿ ਉਹਦਾ ਰੈਕਰਡ ਜਿੱਥੇ ਉਹਦਾ ਪਿਆ ਉਹਦੀ ਪੇਸ਼ੀ ਤੋਂ ਪਹਿਲਾਂ ਤੇ ਹੋਰ ਇਹਦੀਆਂ ਤਾਰਾਂ ਕੀ ਜੁੜ ਰਹੀਆਂ ਨੇ, ਅਸਲ ਖਬਰ ਕੀ ਆ ਪੰਜਾਬ ਦੀ? ਜੀ ਜੀ ਗੱਲ ਸਾਹਿਬ, ਦੇਖੋ ਜਿਹੜਾ ਇਹ ਬੰਬ ਕਾਂਡ ਦਾ ਮਸਲਾ ਗਾ ਲੁਧਿਆਣੇ ਦਾ, ਉਹਦੇ ਵਿੱਚ ਇਹ ਜਿਹੜਾ ਸਾਬਕਾ ਪੁਲਿਸ ਮੁਲਾਜ਼ਮ ਰਿਹਾ, ਮੁਨਸ਼ੀ ਰਿਹਾ ਗਾ, ਇੱਕ ਤਾਂ ਉਹਦੀ ਫਰੈਂਡ ਆ ਕੁੜੀ, ਉਹ ਗਿੱਲ ਸਾਹਿਬ ਇਸ ਕੇਸ ਦੇ ਵਿੱਚ ਪੁਲਿਸ ਨੇ ਅਰੈਸਟ ਕੀਤੀ ਹੈ। ਉਹ ਕੁੜੀ ਦੀ ਆਪਦੇ ਪਤੀ ਨਾਲ ਬਣਦੀ ਨਹੀਂ ਸੀ ਔਰ ਇਸ ਸਾਬਕਾ ਪੁਲਿਸ ਮੁਲਾਜ਼ਮ ਦੇ ਲਗਾਤਾਰ ਸੰਪਰਕ। ਜਿਸ ਦਿਨ ਬੰਬ ਕਾਂਡ ਵਾਪਰਿਆ ਉਸ ਦਿਨ ਵੀ ਉੱਥੇ ਜਾਣ ਤੋਂ ਪਹਿਲਾਂ 5-6 ਘੰਟੇ ਉਸ ਕੁੜੀ ਦੇ ਨਾਲ ਹੋਟਲ 'ਚ ਰਿਹਾ ਗਾ ਔਰ ਉਹ ਕੁੜੀ ਤੋਂ ਕਾਫੀ ਕੁਛ ਹੈ ਜਿਹੜੀ ਜਾਣਕਾਰੀ ਉਹ ਮਿਲ ਰਹੀ ਆ। ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਇਹ ਹੈਗਾ ਕਿ ਇਹ ਵਿਅਕਤੀ ਲਗਭਗ 2 ਸਾਲ ਜਿਸ ਜੇਲ੍ਹ ਦੇ ਵਿੱਚ ਰਿਹਾ, ਉਸ ਜੇਲ੍ਹ ਦੇ ਵਿੱਚ ਜਿਹੜੇ ਇਹਦੇ ਨਾਲ ਬੈਰਕ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚੋਂ 2 ਬੰਦੇ ਨੇ ਜਿਹੜੇ ਉਹ ਡਰੱਗ ਦੇ ਮਸਲੇ ਦੇ ਵਿੱਚ ਵੀ, RDX ਦੇ ਮਸਲੇ ਦੇ ਵਿੱਚ ਵੀ ਜੇਲ੍ਹ 'ਚ ਸੀਗੇ ਔਰ ਉਹਨਾਂ ਨੇ ਉੱਥੋਂ ਇਹਨੂੰ ਤਿਆਰ ਕੀਤਾ ਔਰ ਉੱਥੋਂ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਵਿਅਕਤੀ ਦੇ ਸੰਬੰਧ ਨੇ ਜਿਹੜੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਏ ਔਰ ਕੁਛ ਲੋਕਾਂ ਨੂੰ ਜਿਹੜੇ ਇਹਦੇ ਨਾਲ ਜੇਲ੍ਹ 'ਚ ਰਹੇ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਲਿਆਂਦਾ ਪ੍ਰੋਡਕਸ਼ਨ ਬ੍ਰਾਂਚ ਦੇ ਉੱਤੇ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ। ਕੁਛ ਲੋਕ ਜਿਹੜੇ ਦੇ ਸੰਪਰਕ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ, ਉਹ ਲੜਕੀ ਤੋਂ ਵੀ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਆ। ਪੁਲਿਸ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਚਲਾ ਰਹੀ ਹੈ, ਪੰਜਾਬ ਤੋਂ ਲੈ ਕੇ ਗਿੱਲ ਸਾਹਿਬ ਜਰਮਨੀ ਤੱਕ ਇਸ ਕੇਸ ਦੇ ਵਿੱਚ ਗ੍ਰਿਫਤਾਰੀਆਂ ਹੋ ਰਹੀਆਂ ਨੇ। ਜਰਮਨੀ ਦੇ ਵਿੱਚ ਵੀ ਪੁਲਿਸ ਦੇ ਕਹਿਣ ਦੇ ਉੱਤੇ ਜਸਵਿੰਦਰ ਸਿੰਘ ਮੁਲਤਾਨੀ ਨਾਂ ਦੇ ਨੌਜਵਾਨ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਗਾ। ਇਸ ਫਾਰ ਜਸਟਿਸ ਦੇ ਨਾਲ ਸੰਬੰਧਿਤ
ਦੱਸਿਆ ਜਾ ਰਿਹਾ ਗਾ। ਔਰ ਪੁਲਿਸ ਦਾ ਦਾਅਵਾ ਗਾ ਕਿ ਇਹ ਲਗਾਤਾਰ ਇਹਦੇ ਸੰਪਰਕ ਦੇ ਵਿੱਚ ਸੀਗਾ ਗਗਨਦੀਪ ਸਿੰਘ ਦੇ, ਜਿਹੜਾ ਮਾਰਿਆ ਗਿਆ ਉਸ ਦਿਨ ਬੰਬ ਕਾਂਡ ਦੇ ਵਿੱਚ। ਤਾਂ ਇਹ ਪੂਰਾ ਮਸਲਾ ਗਿੱਲ ਸਾਹਿਬ ਅਸਲ ਦੇ ਵਿੱਚ ਪੁਲਿਸ ਦੇ ਵੱਲੋਂ ਇਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ, ਅੰਤਰਰਾਸ਼ਟਰੀ ਸਬੰਧਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ, ਡਰੱਗਸ ਦੇ ਮਸਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ, ਜੇਲ੍ਹ ਦੇ ਵਿੱਚ ਜਿਹੜੇ ਬੰਦ ਇਹਦੇ ਨਾਲ ਦੇ ਕੈਦੀ ਸੀ ਉਹਨਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈਗਾ। ਸੋ ਪੁਲਿਸ ਕਈ ਤਰ੍ਹਾਂ ਦੀਆਂ ਥਿਓਰੀਆਂ ਦੇ ਉੱਤੇ ਕੰਮ ਆ ਜਿਹੜਾ ਉਹ ਕਰ ਰਹੀ ਹੈ ਜੀ। ਤੇ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਹੰਸਰਾਜ ਹੰਸ ਨਾਲ ਮੀਟਿੰਗ ਹੋਈ ਆ, ਉਹਦੀਆਂ ਗੱਲਾਂ ਬੜੀਆਂ ਚੱਲ ਰਹੀਆਂ। ਜੀ ਜੀ ਗਿੱਲ ਸਾਹਿਬ ਕਹਿੰਦੇ ਕਵਾਲੀਆਂ ਸੁਣ ਕੇ ਚੰਨੀ ਸਾਹਿਬ ਜਿਹੜੇ ਮੰਤਰ ਮੁਗਧੀ ਹੋ ਗਏ। ਦਰਅਸਲ ਇਹਨਾਂ ਦਿਨਾਂ ਦੇ ਵਿੱਚ ਚਰਨਜੀਤ ਚੰਨੀ ਵੀ ਨਕੋਦਰ ਦੇ 2 ਧਾਰਮਿਕ ਸਥਾਨਾਂ ਦੇ ਉੱਤੇ ਨਤਮਸਤਕ ਹੋਏ। ਇੱਕ ਬਾਪੂ ਲਾਲ ਬਾਦਸ਼ਾਹ ਤੇ ਡੇਰਾ ਬਾਬਾ ਮੁਰਾਦ ਸ਼ਾਹ, ਇਹ ਦਰਬਾਰ 'ਚ ਹਾਜ਼ਰੀ ਭਰੀ। ਔਰ ਉੱਥੇ ਹੀ ਹੰਸਰਾਜ ਹੰਸ ਵੀ ਇਹਨਾਂ ਦੇ ਨਾਲ ਸੀ। ਸੋ ਦਰਬਾਰ ਦੇ ਸਾਈਂ ਤੇ ਭਾਜਪਾ ਦੇ MP ਹੰਸਰਾਜ ਹੰਸ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਆ, ਕਿਉਂਕਿ ਉੱਥੇ ਗਿੱਲ ਸਾਹਿਬ 2 ਡੇਰੇ ਨੇ ਨਕੋਦਰ ਏਰੀਏ ਦੇ ਵਿੱਚ ਵੱਡੇ। ਇੱਕ ਦਾ ਕਰਤਾ ਧਰਤਾ ਹੰਸਰਾਜ ਹੰਸ ਬਣਿਆ ਬੈਠਾ ਤੇ ਦੂਜੇ ਦਾ ਉਹ ਪੰਜਾਬੀ ਮਾਂ ਬੋਲੀ ਦਾ ਸਪੂਤ ਗੁਰਦਾਸ ਮਾਨ ਬਣਿਆ ਬੈਠਾ। ਔਰ ਇਹ ਦੋਨੇ ਸਾਂਭੀ ਬੈਠੇ ਨੇ। ਤਾਂ ਉਹਦੇ 'ਚ ਹੁਣ ਜਦੋਂ ਇੱਥੇ ਚਰਨਜੀਤ ਚੰਨੀ ਪਹੁੰਚੇ, ਪਹਿਲਾਂ ਚੰਨੀ ਹੋਰਾਂ ਦਾ ਉੱਥੇ ਜਾਣਾ ਔਰ ਹੰਸਰਾਜ ਹੰਸ ਦੇ ਨਾਲ ਲੰਬਾ ਸਮਾਂ ਇੱਕ ਬੰਦ ਕਮਰਾ ਮੀਟਿੰਗ ਹੋਣੀ, ਸੋ ਇਹ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਸਵਾਲ ਤਾਂ ਖੜੇ ਕਰ ਰਹੀਆਂ ਨੇ। ਹੰਸਰਾਜ ਹੰਸ ਕਹਿੰਦਾ ਵੀ ਚੰਨੀ ਸਾਹਿਬ ਆਏ ਸੀ ਔਰ ਸੂਫੀ ਗਾਇਕੀ ਨੂੰ ਸੁਣਨ ਦਾ ਕਹਿੰਦਾ ਉਹਨਾਂ ਨੂੰ ਸ਼ੌਂਕ ਹੈ, ਔਰ ਮੈਂ ਕਹਿੰਦਾ ਲਾਮਾ ਇਕਬਾਲ ਦੀ ਕਵਾਲੀ ਆ ਜਿਹੜੀ ਉਹ ਸੁਣਾਈ ਆ। ਤੋ ਮੁੱਖ ਮੰਤਰੀ ਹੁਣ ਕਵਾਲੀ ਸੁਣਨ ਤਾਂ ਮੈਨੂੰ ਲੱਗਦਾ ਗਏ ਨਹੀਂ। ਗੱਲ ਤਾਂ ਸਿਆਸੀ ਹੁੰਦੀ ਹੈ ਜਦੋਂ 2 ਸਿਆਸੀ ਬੰਦੇ ਇਕੱਠੇ ਹੁੰਦੇ ਨੇ। ਖੈਰ ਹੰਸਰਾਜ ਹੰਸ ਨਾਲ ਇਹ ਜਿਹੜੀ ਮੁਲਾਕਾਤ ਹੋਈ ਹੈ ਗਿੱਲ ਸਾਹਿਬ, ਉਹਦੀ ਚਰਚਾ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਰਹੱਸ ਜਿਹੜੇ ਉਹ ਖੋਲੂਗੀ ਗੱਲ ਜੀ। ਧੰਨਵਾਦ ਜੀ। ਕੋਈ ਹੋਰ ਖਬਰ ਅਖੀਰ ਦੇ ਵਿੱਚ ਤਾਂ ਨਹੀਂ ਰਹਿੰਦੀ? ਜੀ ਜੀ ਗਿੱਲ ਸਾਹਿਬ, ਇਸ ਤੋਂ ਇਲਾਵਾ ਗੱਲਬਾਤ ਕਰੀਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਸਿਆਸਤ ਬਹੁਤ ਭਖੀ ਹੋਈ ਹੈ, ਕਿਉਂਕਿ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋਈਆਂ, 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਉੱਤਰ ਪ੍ਰਦੇਸ਼ ਬੜਾ ਅਹਿਮ ਆ ਔਰ ਭਾਰਤ ਦਾ ਸਭ ਤੋਂ ਵੱਡਾ ਸੂਬਾ ਗਾ। ਤੇ ਉਹਦੇ ਨਾਲ ਜੁੜ ਕੇ ਉੱਥੇ ਸਮਾਜਵਾਦੀ ਪਾਰਟੀ ਇੱਕ ਬਦਲ ਪੇਸ਼ ਕਰ ਰਹੀ ਹੈ BJP ਦਾ। ਉਹ ਚੜ੍ਹਤ 'ਚ ਨਜ਼ਰ ਆਉਂਦੇ ਨੇ। ਜਿਹੜਾ ਪਿਛਲੇ ਦਿਨਾਂ 'ਚ 150 ਕਰੋੜ ਰੁਪਇਆ ਕਾਰੋਬਾਰੀ ਤੋਂ ਫੜਿਆ ਗਿਆ, ਉਹਦੇ 'ਚ ਵੀ ਇਹ ਸਮਾਜਵਾਦੀ ਪਾਰਟੀ ਤੇ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਦੇ ਨੇੜਲਾ ਬੰਦਾ ਸਮਾਜਵਾਦੀ ਪਾਰਟੀ ਵਾਲਾ ਕਹਿੰਦੇ ਵੀ ਇਹਨਾਂ ਨੇ ਰੇਡ ਹੋਰ ਦੇ ਮਾਰਨੀ ਸੀ, ਮਾਰ ਲਈ ਕਿਸੇ ਹੋਰ ਦੇ, ਔਰ ਉਹ ਕਹਿੰਦੇ ਸਾਡਾ ਨੇੜਲਾ ਨਹੀਂ ਇਹਨਾਂ ਦੇ ਨੇੜਲਾ। ਸੋ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਉਧਰੋਂ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਤੇ ਢੀਂਡਸਾ ਹੋਰਾਂ ਦੀ ਪਾਰਟੀ, ਤਿੰਨਾਂ 'ਚ ਗੱਠਜੋੜ ਹੋ ਚੁੱਕਿਆ। 6 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਹੁਣ ਸੀਟਾਂ ਦੀ ਵੰਡ ਨੂੰ ਲੈ ਕੇ ਤੇ ਹੋਰ ਤਾਲਮੇਲ ਆ ਜਿਹੜਾ ਉਹ ਬਣਾ ਕੇ ਅੱਗੇ ਚੱਲੂਗੀ। ਉਹ 'ਚ ਕੈਪਟਨ ਅਮਰਿੰਦਰ ਸਿੰਘ ਦਾ ਮੁੰਡਾ ਵੀ ਲਿਆ ਗਿਆ ਹੈਗਾ। ਇਸ ਤੋਂ ਇਲਾਵਾ ਮਲੋਟ ਦੇ ਪਿੰਡ ਈਨ ਖੇੜਾ ਦੇ ਵਿੱਚ ਅੱਜ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਆ ਜਿਹੜੀ ਉਹ ਹੋਈ ਹੈ। ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਧੰਨਵਾਦ ਜੀ। ਕੱਲ੍ਹ ਨੂੰ ਸਵੇਰੇ ਫੇਰ ਗੱਲਬਾਤ ਤੁਹਾਡੇ ਨਾਲ ਹੋਏਗੀ ਤੇ ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਨਵਕਿੰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਇਸ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਾਇਆ ਸੀ ਸਰਦਾਰ ਸਤਿੰਦਰਪਾਲ ਸਿੰਘ ਬਰਾੜ ਨੇ। ਖਬਰਾਂ 8 ਵਜੇ ਦੀਆਂ ਸੁਣਾ ਕੇ ਫਿਰ ਗੱਲਬਾਤ ਹੋਰ ਸ਼ੁਰੂ ਕਰਦੇ ਹਾਂ। ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਦੀ ਹੈ, ਅੱਜ 14 ਪੋਹ ਦੀ ਰਾਤ ਹੈ। ਸਿੱਖ ਇਤਿਹਾਸ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਜਿਉਂ-ਜਿਉਂ ਨਵਾਂ ਸਾਲ ਆਉਂਦਾ ਤਿਉਂ-ਤਿਉਂ ਜਾਣਕਾਰੀ ਬਹੁਤ ਬਾਹਰ ਆ ਰਹੀ ਹੈ। ਅਤੇ ਗੁਰੂ ਦੀਆਂ ਸਾਖੀਆਂ ਦੇ ਵਿੱਚੋਂ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਭਾਈ ਸੰਤੋਖ ਸਿੰਘ ਜੀ ਦਾ ਸ਼੍ਰੀ ਗੁਰੂ ਤੀਰਥ ਸੰਗ੍ਰਹਿ ਅਤੇ ਹੋਰ ਪੁਰਾਣੇ ਗ੍ਰੰਥ ਨੇ ਜਿਹੜੇ ਤਾਰਾ ਹਰ ਨਰੋਤਮ ਜੀ ਦਾ, ਪੰਡਿਤ ਤਾਰਾ ਹਰ ਨਰੋਤਮ ਜੀ ਨੇ ਸ਼੍ਰੀ ਗੁਰੂ ਤੀਰਥ ਸੰਗ੍ਰਹਿ ਲਿਖਿਆ। ਸ਼੍ਰੀ ਗੁਰੂ ਪਦ ਪ੍ਰੇਮ ਪ੍ਰਕਾਸ਼ ਬਾਬਾ ਸਮੇਰ ਸਿੰਘ ਦਾ ਕਥਾ ਗੁਰੂ ਜੀ ਕੀ ਸੁਤਨ ਕੀ, ਭਾਈ ਦੁੰਨਾ ਸਿੰਘ ਹੰਡੂਰੀਆ ਅਤੇ ਗੁਰੂ ਕੀਆਂ ਸਾਖੀਆਂ ਦੇ ਵਿੱਚ ਇਸ ਗੁਰੂ ਮਾਰੀ ਸਰਹੰਦ ਦੇ ਵਿੱਚ ਵਜੀਦੇ ਦਾ ਅਤੇ ਸੁੱਚਾਨੰਦ ਦਾ ਉੱਥੇ ਕੀ ਹਾਲ ਹੋਇਆ, ਕੀ ਹਸ਼ਰ ਹੋਇਆ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਕਿੰਨਾ ਵਜੀਦਾ ਔਖਾ ਹੋਇਆ ਹੁਣ ਦੇ ਸਮਿਆਂ ਦੇ ਵਿੱਚ। ਬੇਕਸੂਰਿਆਂ ਨੂੰ ਬੰਨ ਕੇ ਜਿਨ੍ਹਾਂ ਨੇ ਮਾਰਿਆ, ਸੁੱਤੇ ਉਹ ਵੀ ਨਹੀਂ। ਪਾਪ ਆ ਜਿਹੜਾ ਹੈ ਉਹ ਕਿਤੇ ਵੀ ਹੋਵੇ, ਪਾਪੀ ਨੂੰ ਮਾਰਨ ਦੇ ਲਈ ਪਾਪ ਹੀ ਮਹਾਬਲੀ ਹੁੰਦਾ ਹੈ। ਇਹੀ ਆ ਕਹਾਣੀ। ਬ੍ਰੇਕਿੰਗ ਨਿਊਜ਼ ਆ ਰਹੀ ਹੈ ਜੀ, ਡੈਨਵਰ ਏਰੀਏ ਦੇ ਵਿੱਚ ਸ਼ੂਟਿੰਗ ਹੋਈ ਆ, ਸ਼ੂਟਿੰਗ ਸਪਰੀ ਆ, ਗੋਲੀਆਂ ਚਲਾਉਂਦਾ ਹੀ ਬੰਦਾ ਲੰਘ ਗਿਆ, 4 ਜਣੇ ਮਾਰੇ ਗਏ ਨੇ ਤੇ ਬਹੁਤ ਜ਼ਖਮੀ ਨੇ। ਇਹ ਪਤਾ ਨਹੀਂ ਕੀ ਇੱਕ ਕਾਰਨ ਹੈ ਅਮਰੀਕਾ ਵਾਲੇ ਪਾਸੇ। ਇਹ ਚਲੋ ਦੇਸ਼ ਵੱਡਾ ਹੈ, ਜਨਸੰਖਿਆ ਬਹੁਤ ਹੈ, ਅਸੀਂ ਤਾਂ 3.5 ਕਰੋੜ ਹੈ, ਉੱਥੇ 35-40 ਕਰੋੜ ਨੇ ਮੇਰਾ ਖਿਆਲ, 350 ਮਿਲੀਅਨ ਤੋਂ ਉੱਪਰ ਨੇ। ਪਰ ਹੁਣ ਸਮਝ ਨਹੀਂ ਆਉਂਦੀ ਬਈ ਉੱਥੇ ਮੁਸ਼ਕਲ ਕਿਹੜੀ ਚੀਜ਼ ਦੀ ਹੈ। ਦੁਨੀਆ ਦਾ ਅਮੀਰ ਦੇਸ਼ ਹੈ, ਦੁਨੀਆ ਦੇ ਵਿੱਚ ਜਿੱਥੇ ਜ਼ੁਲਮ ਹੁੰਦਾ, ਜਿੱਥੇ ਮੁਸ਼ਕਲ ਆਉਂਦੀ ਹੈ, ਉੱਥੇ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਲੇ ਦੇਸ਼ ਦੇ ਵਿੱਚ ਪਤਾ ਹੀ ਨਹੀਂ ਕਦ ਕੋਈ ਸਿਰ ਫਿਰਿਆ ਚੱਕਦਾ ਗਨ ਤੇ ਲੋਕਾਂ ਨੂੰ ਮਾਰਨ ਡਹਿ ਪੈਂਦਾ। ਪਤਾ ਹੀ ਨਹੀਂ ਇਹਦਾ ਕਾਰਨ ਕੀ ਹੈ, ਕੀ ਮਾਨਸਿਕਤਾ। ਹਥਿਆਰਾਂ ਦੀ ਪਾਬੰਦੀ ਦੀ ਜਦ ਗੱਲ ਕਰਦੇ ਨੇ ਤਾਂ ਜਿਹੜੀ ਉਹਨਾਂ ਦੀ ਰਾਈਫਲ, ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ, ਉਹ ਅੱਗੇ ਖੜ੍ਹ ਜਾਂਦੀ ਹੈ। ਉਹ ਕਹਿੰਦੇ ਹਥਿਆਰ ਥੋੜ੍ਹਾ ਮਾਰਦੇ ਆ, ਬੰਦਾ ਮਾਰਦਾ। ਬੰਦੇ ਦਾ ਖਿਆਲ ਰੱਖੋ, ਬੰਦੇ ਦੀ ਸਿਹਤ ਦਾ ਖਿਆਲ ਰੱਖੋ। ਮੁਸ਼ਕਿਲ ਕੀ ਹੈ ਬੰਦੇ ਨੂੰ, ਮਾਨਸਿਕ ਸਿਹਤ ਦੀ ਕੀ ਮੁਸ਼ਕਿਲ ਹੈ। ਹਥਿਆਰ ਕੈਨੇਡਾ ਦੇ ਵਿੱਚ ਵੀ ਨੇ, ਸਾਰਿਆਂ ਕੋਲ ਲਾਇਸੈਂਸ ਜਿਹੜਾ ਵੈਪਨ ਨੇ, ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ। ਬੜੀ ਇੱਕ ਅਲੱਗ ਕਿਸਮ ਦਾ ਮਾਹੌਲ ਹੈ। ਈਵਨ ਅਮਰੀਕਨ ਲੋਕ ਜਿਹੜੇ ਨੇ ਉਹ ਇਹਦੇ ਬਾਵਜੂਦ ਵੀ ਮਾਰਮਰੀਏ ਦੇ ਬਾਵਜੂਦ ਵੀ ਉਹਨਾਂ ਨੂੰ ਜੇ ਕਹੀਏ ਆਪਾਂ, ਉਹ ਕਹਿੰਦਾ ਨਹੀਂ ਹਥਿਆਰ ਤਾਂ ਵਧੀਆ ਨੇ, ਹਥਿਆਰਾਂ ਦੇ ਨਾਲ ਹੀ ਸਾਰਾ ਕੁਛ ਥੰਮ ਹੁੰਦਾ। ਜੇ ਹਥਿਆਰ ਹੈ ਨਹੀਂ, ਟੈਕਸਸ ਵਰਗੇ ਸੂਬੇ 'ਚ ਤਾਂ ਟੈਂਕ ਖੜਾਈ ਖੜੇ ਨੇ ਘਰ ਦੇ ਵਿੱਚ। ਉੱਥੇ ਦਿਖਾਉਂਦੇ ਹੁੰਦੇ ਨੇ ਕਈ ਵਾਰ ਬਈ ਵੈਪਨਸ, ਕਿਸੇ ਦੇ 2-2 ਘਰ ਭਰੇ ਪਏ ਨੇ ਵੈਪਨਸ ਨਾਲ। ਮਤਲਬ ਘਰ ਤੋਂ ਵੱਡੇ ਰੈਂਚ ਦੇ ਵਿੱਚ ਘਰ ਨੇ ਅਤੇ ਘਰ ਤੋਂ ਅੱਧਾ ਕਿਲੋਮੀਟਰ ਬਾਹਰਲੇ ਬੰਨੇ ਰੈਂਚ 'ਤੇ ਦਰਵਾਜ਼ੇ, ਗੇਟ ਲੱਗੇ ਹੋਏ ਨੇ ਵੀ ਇੱਥੋਂ ਜੇ ਅੱਗੇ ਆਉਣਾ ਹੈ ਤਾਂ ਕੀ ਕੁਛ ਹੋਏਗਾ। ਫਿਰ ਉੱਥੇ ਫਿਰ ਮਤਲਬ ਵੈਪਨ ਦਿਖਾਉਂਦਾ ਉਹ ਵੀ ਕੀ ਆ, ਕੀ ਹੈ। ਅਤੇ ਸੋ ਐਨੀਵੇਜ਼ ਇਹ ਜਿਹੜੀ ਡੈਨਵਰ ਏਰੀਏ ਦੀ ਜਿਹੜੀ ਇਹ ਘਟਨਾ ਹੋਈ ਹੈ, ਉਸਨੇ ਅੱਜ ਹੁਣੇ ਹੀ ਇਹ ਖਬਰਾਂ ਆ ਰਹੀਆਂ ਨੇ ਅਤੇ ਰੱਬ ਸੁੱਖ ਰੱਖੇ, ਵਧੀਆ ਰਹੇ। ਦੂਸਰੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਹੈ ਉਹ ਸਿੱਖ ਇਤਿਹਾਸ ਦੀ, ਅਤੇ ਉਸ ਤੋਂ ਬਾਅਦ ਇਸ ਮੌਸਮ ਦੀ। ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਨਾਰਥ ਸ਼ੋਰ ਮਾਊਂਟੇਨਸ 'ਤੇ ਪੈ ਰਹੀਆਂ ਨੇ। ਸਟੂਡੀਓ 'ਚ ਦੇਖਦਾ ਤਾਂ ਜਿਹੜਾ ਬਰਫ਼ ਹੈ ਚਮਕ ਰਹੀ ਹੈ, ਬਰਫ਼ ਨਾਲ ਲੱਦੇ ਪਏ ਨੇ ਪੂਰੇ ਪਹਾੜ। ਅਤੇ ਇਹੋ ਜਿਹੇ ਮੌਸਮ ਦੇ ਅਸੀਂ ਯੂਜ਼ ਟੂ ਨਹੀਂ, ਜਿਹੜੇ ਵੈਨਕੂਵਰ ਲੋਅਰ ਮੇਨਲੈਂਡ 'ਚ ਰਹਿਣ ਵਾਲੇ ਹਾਂ। ਅਤੇ ਇਹਦਾ ਜਿਹੜਾ ਇਹ ਵੱਡੀ ਜਿਹੜੀ ਮੁਸ਼ਕਲ ਮੇਰੇ ਖਿਆਲ ਹੁਣ ਗਰਮੀ ਅਤੇ ਠੰਡ ਦੋਨਾਂ ਦਾ ਐਕਸਟ੍ਰੀਮ ਹੋ ਗਿਆ। ਅਤੇ ਹੁਣ ਸਾਨੂੰ ਆਪਣੇ ਘਰ ਅੱਗੇ ਕੰਸਟਰਕਸ਼ਨ ਅਤੇ ਘਰਾਂ ਦੀ ਡਿਊਰੇਬਿਲਟੀ, ਹੀਟਿੰਗ ਦਾ ਸਿਸਟਮ ਜਿਹੜਾ ਉਹ ਅਲੱਗ ਕਰਨਾ ਪਊ। ਸਾਡੀਆਂ ਕਾਰਾਂ ਗੱਡੀਆਂ ਨੂੰ ਪਲੱਗ ਮੈਨੂੰ ਲੱਗਦਾ ਹੁਣ ਨੈਕਸਟ ਲੈਵਲ ਦੀ ਤਿਆਰੀ ਕਰਨੀ ਪੈਣੀ ਹੈ। ਠੰਡ ਜਿਸ ਤਰ੍ਹਾਂ ਇਹ ਦਿਖਾਈ ਆ ਆਉਣ ਵਾਲੇ ਦਿਨਾਂ 'ਚ -13, 14 ਪੂਰਾ ਹਫ਼ਤਾ ਹੀ ਇਸ ਤਰ੍ਹਾਂ ਰਹਿਣਾ। ਲੋਕ ਸਲਿੱਪ ਹੋ ਰਹੇ ਨੇ, ਡਿੱਗ ਰਹੇ ਨੇ ਪੂਰਾ। ਅਸੀਂ ਸਾਡਾ ਕੱਪੜਾ ਲੱਤਾ ਅਤੇ ਸ਼ੂਜ਼ ਸਾਡੇ ਨੇ ਉਹ ਇਹੋ ਜਿਹੇ ਹੈ ਨਹੀਂ, ਕਿਉਂਕਿ ਇੱਥੇ ਤਾਂ ਮੰਨਫੀ ਜਾਂਦਾ ਹੀ ਨਹੀਂ। ਪਰ ਠੰਡ ਤੋਂ ਬਚਣ ਦੇ ਲਈ ਤੁਹਾਡਾ ਇਸ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਗੱਡੀਆਂ ਦਾ ਖਿਆਲ, ਗੱਡੀਆਂ ਨੂੰ ਚਲਾਉਣਾ, ਇਹ 'ਤੇ ਥੋੜ੍ਹਾ ਚਿਰ ਗੱਲਬਾਤ ਕਰਾਂਗੇ। ਉਦੋਂ ਪਹਿਲਾਂ ਸਿੱਖ ਇਤਿਹਾਸ ਦਾ 14 ਪੋਹ ਦੀ ਰਾਤ ਹੈ, 13 ਪੋਹ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ। ਜਿੰਨੇ ਵੀ ਇਤਿਹਾਸਕ ਗ੍ਰੰਥ ਨੇ, ਦਸਤਾਵੇਜ਼ ਨੇ, ਦੁਨਾ ਸਿੰਘ ਹਡੂਰੀਆ ਦੀ ਲਿਖਤ ਹੈ, ਗੁਰਬਲਾਸ ਹੈ ਭਾਈ ਕੋਇਰ ਸਿੰਘ ਦਾ, ਗੁਰੂ ਦੀਆਂ ਸਾਖੀਆਂ ਨੇ ਅਤੇ ਸੈਨਾਪਤ ਕਵੀ ਦੀ ਗੱਲ ਹੈ। ਅਤੇ ਸਾਰਿਆਂ ਨੇ ਪੋਹ ਦੀਆਂ ਰਾਤਾਂ ਜਿਹੜਾ ਇੱਕ ਸੁਰਿੰਦਰ ਸਿੰਘ ਖਜ਼ਰੂਲਾ ਦਾ ਲਿਖਿਆ ਹੋਇਆ, ਉਹਦੇ ਵਿੱਚ ਬਹੁਤ ਡੀਟੇਲ ਗੱਲ
ਜਿਹੜੀ ਦੱਸੀ ਗਈ ਹੈ। ਕੁਛ ਹੁਣ ਦੇ ਅਜੋਕੇ ਪ੍ਰਚਾਰਕ ਨੇ ਉਹ ਕੁਝ ਇਹ ਗੱਲਾਂ ਝੁਠਲਾ ਵੀ ਰਹੇ ਨੇ। ਚਲੋ ਪ੍ਰਚਾਰਕਾਂ ਦੀ ਗੱਲ ਪ੍ਰਚਾਰਕਾਂ ਦੇ ਨਾਲ ਹੈ, ਉਹ ਆਪਣੀ ਜਿਵੇਂ ਮਰਜ਼ੀ ਕਰਨ, ਪਰ ਸਾਨੂੰ ਆਪਣੇ ਇਤਿਹਾਸ ਤੇ ਇਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਸਤਿਕਾਰ ਦੇ ਵਿੱਚ, ਕਿਉਂਕਿ ਆਪਾਂ ਨਾ ਲਿਖਣ ਵਾਲੇ ਹਾਂ ਇਤਿਹਾਸ, ਨਾ ਅਸੀਂ ਵਾਚਣ ਵਾਲੇ ਹਾਂ, ਉਹ ਆਪਸ ਵਿੱਚ ਗੱਲਾਂ ਕਰਦੇ ਨੇ ਜਿਵੇਂ ਇੱਕ ਦੂਜੇ ਨੂੰ ਕਹਿ ਰਹੇ ਨੇ। ਕੋਈ ਕਥਾ ਗੁਰੂ ਸਤੰਦੀ ਦੇ ਵਿੱਚੋਂ ਕੁਝ ਚੀਜ਼ਾਂ ਝਠਲਾ ਇੱਕ ਪ੍ਰਚਾਰਕ ਰਿਹਾ, ਦੂਜਾ ਪ੍ਰਚਾਰਕ ਉਹਨੂੰ ਝਠਲਾ ਰਿਹਾ। ਇਹ ਜਿਹੜਾ ਹਉਮੈ ਬਹੁਤ ਸਿਰ 'ਤੇ ਚੜ੍ਹ ਕੇ ਬੋਲਦੀ ਹੁੰਦੀ ਆ। ਉਹ ਕਹਿੰਦਾ ਮੇਰਾ ਜਿਹੜਾ ਕਿਹਾ ਹੈ ਉਹ ਸਭ ਤੋਂ ਸਹੀ ਹੈ। ਪਰ ਗੱਲ ਇਹ ਹੋਈ ਕਿ ਜਿਉਂ 6 ਪੋਹ ਦੀ ਰਾਤ ਹੈ ਅਤੇ ਇੱਕ ਹਫ਼ਤੇ ਦੇ ਵਿੱਚ 13 ਪੋਹ ਦੀ ਸ਼ਹੀਦੀ ਹੈ, ਜਿਉਂ ਸਾਹਿਬਜ਼ਾਦੇ ਚੱਲੇ ਨੇ ਅਤੇ ਮਾਸ਼ਕੀ ਤੱਕ ਦੀ ਝੌਂਪੜੀ ਤੱਕ ਘੁੰਮੇ ਮਾਸ਼ਕੀ ਤੋਂ, ਉਸ ਤੋਂ ਬਾਅਦ ਸਹੇੜੀ, ਜਿਹਨੂੰ ਉਹ ਖੇੜੀ ਵੀ ਕਹਿੰਦੇ ਸੀ, ਖੇੜੀ ਵੀ ਕਹਿੰਦੇ ਸੀ, ਉਸ ਪਿੰਡ ਤੋਂ ਗੰਗੂ ਬ੍ਰਾਹਮਣ ਜਿਹੜਾ ਪਿੱਛੋਂ ਨਾਲ ਰਲਿਆ। ਇਹ ਵੀ ਗੱਲ ਹੁਣ ਕਹਿ ਰਹੇ ਨੇ ਕਈ ਵੀ ਧਨ ਦੀ ਖੁਰਜੀ ਦਾ ਤਾਂ ਕੋਈ ਰੌਲਾ ਹੀ ਹੈ ਨਹੀਂ ਸੀ। ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਨਹੀਂ ਲੈ ਕੇ ਆਏ ਸਾਹਿਬ, ਗੁਰੂ ਸਾਹਿਬ ਨੇ ਸਾਰਾ ਕੁਛ ਉੱਥੇ ਹੀ ਛੱਡ ਦਿੱਤਾ। ਬਹੁਤ ਕੁਝ ਆ ਜਿਹੜਾ ਸਿੱਖ ਇਤਿਹਾਸ ਦਾ, ਖਾਸ ਤੌਰ 'ਤੇ ਗੁਰੂ ਗੋਬਿੰਦ ਸਿੰਘ ਮਾਰਗ ਆ ਜਿਹੜਾ ਅਸੀਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਦੀ ਗੁਰੂ ਸਾਹਿਬ ਲੰਘੇ ਜੇ ਅਨੰਦਪੁਰ ਸਾਹਿਬ ਤੋਂ ਦੀਨਾ ਅਤੇ ਸਾਬੋ ਕੀ ਤਲਵੰਡੀ ਮਾਲਵੇ ਦੇ ਵਿੱਚ ਬਹੁਤ ਵਿਚਰੇ ਉਹ ਗੁਰੂ ਸਾਹਿਬ। ਸਾਡੇ ਪਿੰਡਾਂ ਦੇ ਆਲੇ ਦੁਆਲੇ ਦੀ ਉਹ ਲੰਘੇ ਨੇ। ਸਾਨੂੰ ਉਹ ਆਲੇ ਦੁਆਲੇ ਦੇ ਗੁਰੂ ਘਰ 'ਚ ਜਾਣ ਦਾ ਵੀ ਸਾਡੀ ਕਿਸਮਤ ਨਹੀਂ ਹੈ। ਜਦ ਆਪਾਂ ਪੰਜਾਬ ਜਾਂਦੇ ਹਾਂ ਤਾਂ ਸਾਨੂੰ ਭੱਜ ਨੱਠ ਆਪਣੀ ਪੈ ਜਾਂਦੀ ਆ। ਚੱਲ ਭੂਆ ਦੇ ਜਾਣਾ, ਮਾਮਿਆਂ ਦੇ ਜਾਣਾ, ਸਹੁਰਿਆਂ ਦੇ ਜਾਣਾ, ਫੁੱਫੜ ਨੂੰ ਮਿਲਣਾ, ਵਿਆਹ ਆ ਗਏ, 2 ਭੋਗ ਆ ਗਏ, ਛੁੱਟੀਆਂ ਖਤਮ। ਅਤੇ ਕਈ ਵਾਰੀ ਆਪਾਂ ਇੱਥੋਂ ਕਹਿੰਦੇ ਆ ਵੀ ਜਾਵਾਂਗੇ, ਆਰਾਮ ਰੂਮ ਨਹੀਂ ਉੱਥੇ ਹੁੰਦਾ। ਆਰਾਮ ਤਾਂ ਬੰਦਾ ਉੱਥੇ ਐਡਾ ਗੇਅਰ 'ਚ ਪੈਂਦਾ ਹੈ, ਭੱਜਿਆ ਹੀ ਫਿਰਦਾ ਸਾਰਾ ਦਿਨ। ਜਦ 5-4 ਦਿਨਾਂ 'ਚ ਮਿਲ ਲੈਂਦੇ ਹੋ, ਮਿਲਣ ਤੋਂ ਬਾਅਦ ਪਤਾ ਲੱਗ ਜਾਂਦਾ ਫਲਾਣਾ ਆ ਗਿਆ, ਫਲਾਣਾ ਆ ਗਿਆ। ਕਾਰਡ ਤੁਹਾਨੂੰ ਵਿਆਹਾਂ ਸ਼ਾਦੀਆਂ ਦੇ ਆਉਣ ਲੱਗ ਜਾਂਦੇ ਨੇ, ਚੱਕ ਲਓ ਹੋ ਜਾਂਦੀ ਹੈ। ਇਸ ਕੰਮ ਤੋਂ ਬਚਣਾ ਚਾਹੀਦਾ। ਆਰਾਮ ਦੀ ਜਦ ਉੱਥੇ ਜਾਣਾ, ਕੁਛ ਸਮਾਂ ਕੱਢਣਾ ਚਾਹੀਦਾ। ਸੋ ਗੁਰੂ ਸਾਹਿਬ ਦਾ ਇਹ ਇਤਿਹਾਸ ਆ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ 7 ਤੇ 9 ਵਰ੍ਹਿਆਂ ਦੀ। ਅਤੇ ਬਦਕਿਸਮਤੀਆਂ ਇਹ ਨੇ ਕਿ ਉਹਨਾਂ ਦਾ ਜਿਹੜੇ ਸ਼ਹੀਦੀ ਅਸਥਾਨ ਸਨ, ਉਹਨਾਂ ਨੂੰ ਅਸੀਂ ਹੁਣ ਦੀ ਕਾਰ ਸੇਵਾ ਵਾਲਿਆਂ ਨੇ ਯਖਣਾ ਰੋਲ ਦਿੱਤੀ, ਉਹਨੂੰ ਸਾਂਭਿਆ ਨਾ। 5-5 6-6 ਸਦੀਆਂ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਯੂਰਪ ਦੇ ਵਿੱਚ ਖੜ੍ਹੀਆਂ ਨੇ। ਕਮੀ ਭਾਰਤ 'ਚ ਵੀ ਕੋਈ ਨਹੀਂ। ਭਵਨ ਨਿਰਮਾਣ ਦੀ ਕਲਾ ਸਭ ਤੋਂ ਵੱਧ ਭਾਰਤ ਦੇ ਵਿੱਚ ਹੈ। ਜਗਾੜੂ ਜਿਹੜਾ ਕੰਮ ਉੱਥੇ ਜਿੰਨਾ ਸੈੱਟ ਹੁੰਦਾ, ਇੱਥੇ ਤਾਂ ਡਰਾਇੰਗਾਂ ਡਰੂੰਗਾਂ ਰਹਿ ਜਾਂਦੇ ਨੇ, ਇੰਜੀਨੀਅਰ ਬਣਾਉਂਦੇ। ਜਾਨੂੰ ਉੱਥੇ ਕੋਠਾ ਜਿਹੜਾ ਉਸਰ ਜਾਂਦਾ ਅਤੇ ਤਰਖਾਣ ਵਿਸਰ ਜਾਂਦਾ, ਲੰਘ ਜਾਂਦਾ ਕਰਕੇ ਕੰਮ। ਉਹ ਇਹ ਜਿਹੜਾ ਖਾਸ ਤੌਰ 'ਤੇ 2 ਸਥਾਨ ਜਿਹੜੀ ਸਾਹਿਬਜ਼ਾਦਿਆਂ ਦੀ ਕੰਧ ਸੀ, ਉਹ ਹੁਣ ਉੱਥੇ ਗੁਰੂ ਮਹਾਰਾਜ ਦੇ ਸਰੂਪ ਨੇ ਅਤੇ ਉੱਥੇ ਸਰੰਦੀ ਇੱਟਾਂ ਬਣਾਈਆਂ ਹੋਈਆਂ ਨੇ ਅਤੇ ਉੱਥੇ ਕਹਿੰਦੇ ਇੱਥੇ ਟੇਕ ਦਿਓ ਮੱਥਾ। ਇੱਥੇ ਕੰਧ ਸੀ ਉਹ, ਅਤੇ ਉਹ ਕੰਧ ਜਿਹੜੀ ਹੈ ਸ਼ੀਸ਼ੇ 'ਚ ਚੁਣੀ ਮੈਂ ਵੇਖੀ ਆ। ਉਹ ਸੰਨ 80 ਤੋਂ ਪਹਿਲਾਂ, ਮੇਰੇ ਖਿਆਲ 75 ਤੋਂ 80 ਦੇ ਵਿੱਚ ਦਾ ਸਮਾਂ, ਕੋਈ ਸ਼ੀਸ਼ੇ ਦੇ ਵਿੱਚ ਸਰੰਦੀ ਇੱਟਾਂ ਨਾਲ ਬਣੀ ਹੋਈ ਕੰਧ ਆਪਣੇ ਫਤਿਹਗੜ੍ਹ ਸਾਹਿਬ ਮੈਂ ਵੇਖੀ ਆਪ। ਮੇਰੇ ਤੋਂ ਤੁਸੀਂ ਵੱਡੇ ਜਿਹੜੇ ਹੋਵੋਗੇ ਪਿੰਡਾਂ ਦੇ, ਉਹਨਾਂ ਨੇ ਤਾਂ ਹੋਰ ਵੀ ਵੇਖੀਆਂ ਹੋਣਗੀਆਂ, ਦੱਸ ਵੀ ਸਕਦੇ ਨੇ ਫ਼ੋਨ ਕਰਕੇ ਕਿਹੋ ਜਿਹੀ ਤੁਸੀਂ ਕੰਧ ਦੇ ਦਰਸ਼ਨ ਕੀਤੇ ਨੇ। ਸੋ ਗੱਲ ਇਹ ਸੀ ਕਿ ਠੰਡੇ ਬੁਰਜ ਦੇ ਵਿੱਚ ਯੱਖ ਉਹ ਪਾਣੀਆਂ ਦੇ ਲਈ, ਗਰਮੀ ਦੇ ਵਿੱਚ ਰਹਿਣ ਦੇ ਲਈ ਵਜੀਦੇ ਨੇ ਉਹ ਬਣਾਇਆ ਹੋਇਆ ਸੀ। ਪਾਣੀ ਥੱਲੇ ਦੀ ਵਗਦਾ ਹੰਸਲਾ ਨਦੀ, ਜਿਹੜੀ ਗੱਲ ਕਿ ਜਿੱਥੇ ਜਾ ਕੇ ਸਰੀਰ ਸੁੱਟੇ ਗਏ ਉੱਥੇ। ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀਆਂ ਜਿਹੜੀਆਂ 2 ਇਸ ਇਤਿਹਾਸ ਦੇ ਸਭ ਤੋਂ ਵੱਡੇ ਸਾਕੇ ਦੇ 2 ਜਿਹੜੇ ਵੱਡੇ ਪਾਤਰ ਨੇ, ਭਾਈ ਮੋਤੀ ਰਾਮ ਜੀ। ਮੇਰਾ ਕਹਿਣਾ ਗਲਤ ਸ਼ਬਦ ਹੈ, ਜਦ ਤੁਸੀਂ ਧਰਮ ਦੀ ਗੱਲ ਕਰਦੇ ਹੋ ਅਤੇ ਜ਼ਾਤਾਂ ਦੀਆਂ ਗੱਲਾਂ ਕਰਦੇ ਹੋ, ਇਹ ਕਹਾਣੀਆਂ ਠੀਕ ਨਹੀਂ ਹੈ। ਅਤੇ ਕਿੱਡਾ ਮਾਣ ਮਿਲਿਆ ਵੀ ਕੈਦੀਆਂ ਨੂੰ ਲੰਗਰ ਛਕਾਉਂਦੇ ਜਦ ਧਾਹੀਂ ਰੋਏ ਜਾ ਕੇ। ਮਾਂ ਨੇ ਪੁੱਛਿਆ ਹੋਇਆ ਕੀ ਹੈ, ਫਿਰ ਦੱਸਿਆ ਕਿ ਸਾਹਿਬਜ਼ਾਦੇ ਨੇ 7 ਤੇ 9 ਵਰ੍ਹਿਆਂ ਦੇ ਠੰਡ ਦੇ ਨਾਲ ਠੁਰ ਠੁਰ ਕਰ ਰਹੇ ਨੇ। ਮਾਂ ਨਾਲ
ਨੀਲੇ ਹੱਥ ਪੈਰ ਹੋ ਜਾਂਦੇ ਨੇ, ਮੈਨੂੰ ਕੁਛ ਫੜਾਉਣ ਨਹੀਂ ਦਿੰਦੇ। ਦੁੱਧ 2 ਰਾਤਾਂ ਛਕਾਇਆ ਤੇ ਸਜ਼ਾ ਜਿਹੜੀ ਆ ਕੋਹਲੂ ਦੇ ਸਹੀ ਘਰ ਵਾਲੀ, ਮਾਤਾ ਆਪ ਤੇ ਛੋਟਾ ਬੱਚਾ। ਇਹਨੂੰ ਕਹਿੰਦੇ ਆ ਵੀ ਜਿਹੜੀ ਪ੍ਰੀਤ, ਜਿਹੜੀ ਓੜਕ ਜਿਹੜੀ ਨਿਭਦੀ ਹੈ ਸੇਵਕ ਦੀ, ਇਉਂ ਲੰਘਦੀ ਹੈ। ਤੇ ਫਿਰ ਦੀਵਾਨ ਟੋਡਰ ਮੱਲ ਨੂੰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਯਾਦ ਕਰੋ। 1 ਕਰੋੜ ਤੋਂ ਉੱਪਰ ਉਸ ਸਮੇਂ ਦਾ ਧਨ ਹੈ। ਜੇ ਕੋਈ ਕਹਿੰਦੇ ਖੜਮੀਆਂ ਮੋਹਰਾਂ ਨੇ, ਕੋਈ ਕਹਿੰਦੇ ਪੈਮੀਆਂ ਮੋਹਰਾਂ ਨੇ, ਜਿਵੇਂ ਵੀ ਹੋਣ, ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਉਸ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕਰਮਾਂ ਦੇ ਵਿੱਚ ਸਰੀਰ ਨੂੰ ਮਿਣ ਕੇ ਵੀ ਕਿੰਨੀ ਕੁ ਜਗ੍ਹਾ ਮਿਲੀ ਹੋਊ, ਉਸ ਦੀ ਕਹਾਣੀ ਦੱਸੀ ਕਿ 1 ਕਰੋੜ 8 ਲੱਖ ਦੀ ਕੀਮਤ ਉਸ ਸਮੇਂ ਦੀ 1704 ਦੀ, ਤੇ 314 ਸਾਲ ਪਹਿਲਾਂ, ਤੇ ਅੱਜ ਉਹ ਕੀ ਹੋਏਗੀ। ਸੋ ਇਹ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਯਾਦ ਇਹ ਜ਼ਰੂਰ ਰੱਖਣਾ ਚਾਹੀਦਾ, ਅਸੀਂ ਕਿਹੜੀ ਕੌਮ ਦੇ ਵਿੱਚੋਂ, ਕਿਹੜਾ ਧਰਮ ਹੈ। ਧਰਮ ਤੇ ਕੌਮ ਤੋਂ ਉੱਪਰ ਵੀ ਮਨੁੱਖਤਾ ਦੇ ਲਈ ਬਹੁਤ ਵੱਡਾ ਜਿਹੜਾ ਇਹ ਵੱਡੇ ਸਾਕੇ ਨੇ। ਤੇ ਜਿਸ ਤਰ੍ਹਾਂ ਪਿਛਲੇ ਅਗਲੇ 10 ਸਾਲ ਪਹਿਲਾਂ ਇੱਥੇ ਇਹਨਾਂ ਦਿਨਾਂ ਦੇ ਵਿੱਚ ਵੱਧ ਗੱਲਬਾਤ ਨਹੀਂ ਸੀ ਹੁੰਦੀ, ਆ ਪਿਛਲੇ 5-4 ਸਾਲਾਂ ਦਾ ਸੋਸ਼ਲ ਮੀਡੀਆ ਦੇ ਜ਼ੋਰ ਨੇ ਜਿਹੜਾ ਬਹੁਤ ਵੱਡੀ, ਜਿਹੜੀ ਬਹੁਤ ਫਰਕ ਵੱਡਾ ਲਿਆਂਦਾ। ਲੋਕ ਸੋਚ ਰਹੇ ਨੇ ਕੀ ਹੋ ਰਿਹਾ, ਕਿਵੇਂ ਹੋਇਆ। 604-204-0600 ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਦਿਨਾਂ ਨੂੰ ਤੁਸੀਂ ਯਾਦ ਕਿਵੇਂ ਕੀਤਾ, ਇਹ ਦਿਨਾਂ ਨੂੰ ਕਿਵੇਂ ਮਨਾਇਆ, ਘਰ ਦੇ ਵਿੱਚ ਕਿੰਨੀਆਂ ਕੁ ਇਹਨਾਂ ਸਾਕੇ ਦੀਆਂ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ, ਸਾਕਾ ਚਮਕੌਰ ਸਾਹਿਬ ਨੂੰ ਨਤਮਸਤਕ ਜਦ ਵੀ ਪੰਜਾਬ ਜਾਂਦੇ ਹੋ ਜ਼ਰੂਰ ਪਹੁੰਚਿਆ ਕਰੋ ਇਹਨਾਂ ਦੋਨਾਂ ਸਥਾਨਾਂ 'ਤੇ। ਅਬਲਾ ਤਾਂ ਸ਼ੁਰੂਆਤ ਜਾਂ ਇੱਧਰੋਂ ਕਰੋ ਚਾਹੇ ਉੱਧਰੋਂ ਕਰੋ, 1 ਰਾਤ ਪਹਿਲੀ ਪਹੁੰਚ ਕੇ ਅਨੰਦਪੁਰ ਸਾਹਿਬ ਤੋਂ ਸਾਹਿਬ ਦੇ ਨਾਲ ਕੀਰਤਪੁਰ ਸਾਹਿਬ ਆ ਕੇ ਭੱਠਾ ਸਾਹਿਬ, ਕੋਟਲੇ ਨਿਹੰਗ ਖਾਨ, ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ, ਆਲੇ ਦੁਆਲੇ ਕੁਛ ਵੀ ਨਹੀਂ ਹੈ ਹੁਣ ਤਾਂ, ਸੜਕਾਂ ਬਹੁਤ ਵਧੀਆ ਨੇ। ਸਵੇਰੇ ਸਾਜਰੇ ਜੇ ਤੁਸੀਂ ਸ਼ੁਰੂ ਕਰਦੇ ਹੋ, ਆਥਣ ਤੱਕ ਫਤਿਹਗੜ੍ਹ ਸਾਹਿਬ ਦਰਸ਼ਨ ਕਰ ਸਕਦੇ ਹੋ, ਵੱਡੇ ਜਿਹੜੇ ਗੁਰਦੁਆਰਾ ਸਾਹਿਬ ਨੇ। ਸੋ ਇਹ ਜਿਹੜਾ ਇਹਨਾਂ ਦਿਨਾਂ ਨੂੰ ਜ਼ਰੂਰ ਅਸੀਂ ਯਾਦ ਰੱਖੀਏ, ਇਹਨਾਂ ਦਿਨਾਂ ਨੂੰ ਭੁੱਲੀਏ ਨਾ। ਮਨੁੱਖਤਾ ਦੇ ਲਈ, ਸਾਡੇ ਇਤਿਹਾਸ ਦੀ ਕੋਸ਼ਿਸ਼ ਕਰੋ। ਜਿਹੜੇ ਸਾਡੇ ਧਰਮ ਤੋਂ, ਸਾਡੀ ਸੱਭਿਅਤਾ ਤੋਂ, ਭਾਰਤ ਤੋਂ ਬਾਹਰਲੇ ਲੋਕ ਨੇ, ਤੁਹਾਡੇ ਦੋਸਤ ਮਿੱਤਰ ਨੇ, ਗੋਰਾ ਹੈ ਕੋਈ ਜਾਂ ਕੋਈ ਸਹਿਕਰਮੀ ਹੈ, ਸਹਿਪਾਠੀ ਹੈ, ਜਦ ਕ੍ਰਿਸਮਸ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰੋ ਕਿ ਆਹ ਵੀ ਇੱਕ ਇਤਿਹਾਸ ਹੈ। ਇਹ ਬਹੁਤ ਜ਼ਰੂਰੀ ਹੈ। ਟ੍ਰਾਈਸਟਾਰ ਟਰਾਂਸਪੋਰਟ 604-204-0600, ਇਸ 'ਤੇ ਜੇ ਤੁਸੀਂ ਸਿੱਖ ਇਤਿਹਾਸ ਦੇ ਇਹਨਾਂ ਦਿਨਾਂ ਦੇ ਯਾਦ ਕੋਈ ਕਰਨੀ ਚਾਹੋ, ਕੱਲ੍ਹ ਨੂੰ ਆਪਾਂ ਰੈਗੂਲਰ ਪ੍ਰੋਗਰਾਮ ਸ਼ੁਰੂ ਕਰਾਂਗੇ। ਇੱਕ ਹਫ਼ਤਾ ਜਿਹੜਾ 6 ਪੋਹ ਤੋਂ ਆਪਾਂ ਇਸ ਨੂੰ ਸ਼ੁਰੂਆਤ ਕੀਤੀ ਸੀ, ਅਤੇ ਕੱਲ੍ਹ ਨੂੰ ਜਿਹੜੇ ਨੇ ਆਮ ਦੀ ਤਰ੍ਹਾਂ ਆਪਾਂ ਜਿਸ ਤਰ੍ਹਾਂ ਆਮ ਪ੍ਰੋਗਰਾਮ ਕਰਦੇ ਹਾਂ ਉਸ ਤਰ੍ਹਾਂ ਸ਼ੁਰੂਆਤ ਕਰਾਂਗੇ। 604-204-0600 ਤੁਸੀਂ ਕੋਈ ਗੱਲਬਾਤ ਕਰਨੀ ਚਾਹੋ। ਇਸ ਤੋਂ ਬਾਅਦ ਮੈਂ ਅੱਜ ਜਿਹੜਾ ਮੌਸਮ ਹੈ ਇਹਦੇ ਬਾਰੇ ਕੁਛ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ। ਸਿੱਖ ਇਤਿਹਾਸ ਦੇ ਇਹਨਾਂ ਵੱਡਿਆਂ ਦਿਨਾਂ ਦੇ ਬਾਰੇ ਵੀ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ। ਬਾਜਵਾ ਜੀ, ਤੁਸੀਂ ਏਅਰ 'ਤੇ ਹੋ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਸ਼ਹੀਦੀ ਜੋੜ ਮੇਲੇ ਦੀ ਗੱਲ ਕਰਨੀ ਸੀ ਜੀ। ਮੈਂ ਉੱਥੋਂ ਦਾ ਰਹਿਣ ਵਾਲਾ ਹਾਂ, ਫਤਿਹਗੜ੍ਹ ਸਾਹਿਬ ਦਾ। ਅੱਛਾ ਜੀ। ਹਾਂਜੀ, ਅਸੀਂ ਜੀ ਉੱਥੇ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ, ਉਹ ਨਾ ਗੁਰਦੁਆਰਾ ਸਾਹਿਬ ਦੇ ਹੇਠਾਂ ਆ, ਤਾਂ ਉਹਨਾਂ ਨੂੰ ਭੋਰਾ ਸਾਹਿਬ ਕਹਿੰਦੇ ਆ ਜੀ। ਉੱਥੇ 2 ਨੀਹਾਂ ਬਣੀਆਂ ਹੋਈਆਂ, ਆਲੇ ਦੁਆਲੇ ਉਹਨਾਂ ਨੇ ਜਿੱਦਾਂ ਗਲਾਸ ਦਾ ਬਹੁਤ ਵਧੀਆ ਬਣਾਇਆ ਹੋਇਆ ਆ। ਤਾਂ ਜਦੋਂ ਮੈਂ ਉੱਥੇ ਅੱਜ ਤੋਂ 25-30 ਸਾਲ ਪਹਿਲਾਂ 2 ਉਹਨਾਂ ਨੇ ਨਾ ਜਿਹੜੀ ਆ ਸ਼੍ਰੀ ਸਾਹਿਬ ਦੇ ਮੁੱਠੇ ਹੁੰਦੇ ਆ ਨਾ, ਉਹ ਉਹਨਾਂ ਨੇ ਲਾਏ ਸੀ। ਉਹ ਪਤਾ ਨਹੀਂ ਜਦੋਂ ਖੋਜ ਕੀਤੀ ਸੀ ਉਦੋਂ ਸੀ, ਉਹ ਵੀ ਸੀ। ਉਹ ਦੇਖੋ ਲੱਕੜ ਹਜੇ ਤੱਕ ਵੀ, ਹੁਣ ਮੈਨੂੰ ਪਤਾ ਨਹੀਂ ਹੈ ਕਿ ਨਹੀਂ, ਪਹਿਲਾਂ ਉਹਨਾਂ ਨੇ ਨਾ ਆਪਣਾ ਸ਼ੋਕੇਸ 'ਚ ਜਲਾਈ ਹੋਈ ਸੀ। ਲੱਕੜ ਹਜੇ ਤੱਕ ਵੀ ਉਸੇ ਤਰ੍ਹਾਂ ਪਈ ਆ। ਇਹ ਤਾਂ ਵੈਸੇ ਇੰਡੀਆ ਨੂੰ ਲੱਕੜਾਂ ਨੂੰ ਉੱਲੀ ਲੱਗ ਜਾਂਦੀ ਹੁੰਦੀ ਹੈ ਨਾ, ਉਹ ਪੇਟੋ ਲੱਕੜਾਂ ਨਹੀਂ ਹੁੰਦੀਆਂ। ਹਾਂਜੀ, ਆਪਣਾ ਉਸ ਤੋਂ ਬਾਅਦ ਭੋਰਾ ਸਾਹਿਬ ਆ। ਤੇ ਬਾਅਦ 'ਚ ਜੀ ਜਦੋਂ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਨਾ, ਇਹ ਸਨ 25-30 28 ਕੁ ਸਾਲ ਪਹਿਲਾਂ ਇਹਨਾਂ ਨੇ ਨਾ ਖੁਦਾਈ ਕੀਤੀ। ਜਦੋਂ ਕਾਰ ਸੇਵਾ ਵਾਲੇ ਬਾਬੇ ਆਏ ਆ ਨਾ,
ਗਿੱਲ ਸਾਹਿਬ ਅਸੀਂ ਠੰਡੇ ਬੁਰਜ ਤੇ ਨਾ ਅਸੀਂ ਨਾ ਲੁਕਣ ਬਚਾਈ ਖੇਡਦੇ ਰਹੇ ਹਾਂ ਛੋਟੇ ਹੁੰਦੇ, ਜਿਹਦਾ ਰੋਜ਼ਾ ਸ਼ਰੀਫ ਹੈਗੇ ਨਹੀਂ ਉਹਨਾਂ ਦਾ ਮੁਸਲਮਾਨ ਭਾਈਚਾਰਾ ਦਾ, ਉਹਦੇ ਨਾਲ ਹੀ ਬਿਲਕੁਲ ਪੈਂਦਾ, ਇਹਨਾਂ ਦੀ ਸਾਂਝੀ ਜ਼ਮੀਨ ਆ ਸ਼੍ਰੋਮਣੀ ਕਮੇਟੀ ਦੀ ਰੋਜ਼ਾ ਸ਼ਰੀਫ ਦੀ। ਜੀ ਜੀ। ਪੁਰਾਣੇ ਜਿਹੜੇ ਆਪਣਾ ਠੰਡਾ ਬੁਰਜ ਹੁੰਦੇ ਸੀ ਉਹਨਾਂ ਦੇ ਨੇੜੇ ਨਾ ਇੱਕ ਨੀਵੀਂ ਥਾਂ ਹੁੰਦੀ ਸੀ, ਉੱਥੇ ਸਦਾ ਨਾ ਜਿੱਦਾਂ ਛਾਵਾਂ ਪੈਂਦਾ ਸੀ, ਧੁੱਪ ਨਹੀਂ ਪੈਂਦੇ, ਉਹ ਸਰਦੀਆਂ 'ਚ ਉਹ ਫਰੀਜ਼ ਹੋ ਜਾਂਦੀ ਸੀ, ਜਿੱਦਾਂ 3-4 ਕਿੱਲੇ ਪੈਲੀ ਫਰੀਜ਼ ਹੋ ਜਾਂਦੀ ਸੀ। ਉਹ ਹਵਾ ਦਾ ਰੁੱਖ ਏਦਾਂ ਹੁੰਦਾ ਸੀ, ਉਹ ਪੈਲੀ ਜਿੱਦਾਂ ਨਾਲੋਂ ਫਰੀਜ਼ ਦੇ ਵਿੱਚੋਂ ਬਾਰੀਆਂ ਠੰਡੇ ਬੁਰਜ ਨੂੰ ਆਉਂਦੀਆਂ ਸੀ, ਉਹ ਸਦਾ ਹੀ ਠੰਡਾ ਰਹਿੰਦਾ ਹੁੰਦਾ ਸੀ ਸਰਦੀਆਂ 'ਚ ਖਾਸ ਕਰ। ਉਹ ਜਦੋਂ ਫਿਰ ਟੋੜਾ ਸਾਹਿਬ ਬਣੇ ਆ ਇਹ ਕਮੇਟੀ ਦੇ ਪ੍ਰਧਾਨ ਕਾਰ ਸੇਵਾ ਵਾਲੇ ਬਾਬੇ ਆਏ ਆ, ਇਹਨਾਂ ਨੇ ਫਿਰ ਕਾਰ ਸੇਵਾ ਨਾਲ ਪਹਿਲਾਂ ਜੀ ਇਹਨਾਂ ਨੇ ਠੰਡਾ ਬੁਰਜ ਢਾਹ ਕੇ ਦੁਬਾਰਾ ਬਣਾਇਆ, ਉੱਥੇ ਪੁਰਾਣਾ ਸਰੋਵਰ ਹੁੰਦਾ ਸੀ ਉਹ ਬਣਾਇਆ। ਮਤਲਬ ਕਿ ਆਪਾਂ ਨੂੰ ਜਿਹੜੀਆਂ ਤੁਸੀਂ ਦੇਖੋ ਇਟਲੀ ਦੇ ਵਿੱਚ ਰੋਮਨ ਕਾਲ ਦੀਆਂ ਬਿਲਡਿੰਗਾਂ ਪਈਆਂ ਹੋਈਆਂ, ਆਪਾਂ ਕਿਉਂ ਨਹੀਂ ਸੰਭਾਲ ਸਕੇ? ਬਿਲਕੁਲ ਠੀਕ ਹੈ। ਇਹ ਕਾਰ ਸੇਵਾ ਦੇ ਨਾਂ ਤੇ ਜਿੱਦਾਂ ਫੰਡਿੰਗ ਲੈ ਕੇ ਉਹ ਕਰਕੇ ਆਪਾਂ ਨੂੰ ਉਦੋਂ ਹੁੰਦਾ ਸੀ ਜੀ ਅਸੀਂ ਸੰਗਮਰਮਰ ਲਾਤਾ, ਉਹ ਲਾਤਾ, ਪਰ ਆਪਾਂ ਹੁਣ ਬੰਦਾ ਸੋਚਦਾ ਕਿ ਆਪਾਂ ਗਲਤੀ ਕੀਤੀ, ਆਪਾਂ ਨੂੰ ਪੁਰਾਣੀਆਂ ਇਮਾਰਤਾਂ ਸੰਭਾਲਣੀਆਂ ਚਾਹੀਦੀਆਂ ਸੀ, ਪਤਾ ਹੁੰਦਾ ਵੀ ਉਸ ਸਮੇਂ ਕਿਹੜੇ ਹਾਲਾਤਾਂ 'ਚ ਰਹੇ ਆ। ਨਾਲੇ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੀ, ਸਾਡੇ ਏਰੀਏ 'ਚ 25, 26, 27 ਦਸੰਬਰ ਨੂੰ ਕੋਈ ਬੰਦਾ ਬਜ਼ੁਰਗ, ਕੋਈ ਬੰਦਾ ਦੁੱਧ ਨਹੀਂ ਪੀਂਦਾ, ਕੋਈ ਬੰਦਾ ਮੰਜੇ ਤੇ ਨਹੀਂ ਸੌਂਦਾ, ਸਾਰੇ ਹੇਠਾਂ ਸੌਂਦੇ ਸੀ। ਮੈਨੂੰ ਹੁਣ ਤਾਂ ਪਤਾ ਨਹੀਂ, ਹੁਣ ਚੇਂਜ ਹੋ ਗਿਆ। ਪਹਿਲਾਂ ਸਾਡੇ ਦਾਦੇ ਪੜਦਾਦੇ ਸਾਡੇ ਮੰਮੀ ਡੈਡੀ ਹੇਠਾਂ ਸੌਂਦੇ ਹੁੰਦੇ, ਅਸੀਂ ਵੀ ਸੌਂਦੇ ਹੁੰਦੇ ਸੀ ਹੇਠਾਂ। ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ, 25, 26, 27 ਨੂੰ ਇੱਕ ਮਤਲਬ ਕਿ ਤੁਸੀਂ ਦੇਖ ਲਓ ਸਾਰੇ ਪਾਸੇ, ਜੇ ਤਾਂ ਹੋਏ ਬੱਦਲ, ਚਲੋ ਬੱਦਲ ਪੈਣਾ, ਜੇ ਧੁੱਪ ਵੀ ਹੋਵੇ ਸਾਰੇ ਪਾਸੇ ਧੁੱਪ ਹੋਊਗੀ। ਇੱਕ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰੇ ਸਾਹਿਬ ਦੇ ਆਲੇ ਦੁਆਲੇ ਜਿੱਦਾਂ ਫੌਗ ਨਹੀਂ ਹੁੰਦੀ, ਗੋਲ ਤਾਰਾ ਬਣਿਆ, ਉਹ ਦਿਖਦੇ ਨਹੀਂ ਹੁੰਦੇ, ਇਹ ਹੁੰਦੀ ਹੈ, ਚਾਹੇ ਕੋਈ ਵੀ ਏਰੀਏ ਦੇ ਬੰਦੇ ਨੂੰ ਪੁੱਛ ਲਿਓ। ਹਾਂਜੀ। ਤੇ ਫਿਰ ਜੀ ਉੱਥੇ ਦੱਸਦਾ, ਉੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਬਹੁਤ ਆਉਂਦੀਆਂ ਹੁੰਦੀਆਂ ਸੀ ਪਹਿਲੇ ਸਮਿਆਂ 'ਚ, ਜਦੋਂ ਸੰਤਾ ਸਿੰਘ ਦਾ ਗਰੁੱਪ ਸੀ ਉੱਥੇ ਭਾਰੂ ਇਹਨਾਂ ਨੇ ਧੱਕਾ ਬਹੁਤ ਕੀਤਾ ਸਾਡੇ ਖੇਤਾਂ ਦੇ ਵਿੱਚ। ਉਦੋਂ ਸਰੋਂ ਦੀ ਫਸਲ ਹੁੰਦੀ ਹੈ ਇਸ ਟਾਈਮ 'ਚ, ਜਾਂ ਕਣਕ ਦੀ ਬਿਜਾਈ, ਇਹਨਾਂ ਨੇ ਘੋੜੇ ਛੱਡ ਦੇਣੇ ਕਰਨੇ, ਉਹ ਕਰਦੇ ਨੇ। ਫਿਰ ਜੀ ਜਦੋਂ ਆਪਣਾ ਮਾਨ ਸਾਹਿਬ ਰੇਲਵੇ 'ਚ ਆਪਾਂ DGP ਸੀ ਨਾ, ਫਿਰ ਇਹਨਾਂ ਨੇ ਫਿਰ ਆਪਣਾ ਸੰਗਰੂਰ ਦੇ ਵਿੱਚ ਵੀ ਇਹਨਾਂ ਨੇ ਜਦੋਂ ਜਿੱਥੇ ਸੀ ਉਹ, ਉਦੋਂ ਵੀ ਇਹਨਾਂ ਨੇ ਧੱਕਾ ਕੀਤਾ ਸੀ। ਫਿਰ ਇਹਨਾਂ ਨੇ ਤੁਹਾਨੂੰ ਚਲੋ ਕਿਸ ਨੂੰ ਮਾਰਨਾ ਗਲਤ ਆ, ਉਦੋਂ ਫਿਰ ਸਖਤ ਝੂਠਾ ਮੁਕਾਬਲਾ ਹੋਇਆ ਸੀ। ਇਹਨਾਂ ਨੇ ਬਹੁਤ ਧੱਕਾ ਕੀਤਾ ਸੀ, ਜਿਹੜੇ ਆਪਣਾ ਬਾਬਾ ਇਹ ਜਿਹੜੇ ਆਪਣਾ ਅਖੌਤੀ ਜਿਹੜਾ ਸੀ ਕਾਂਗਰਸੀ ਸੰਤ ਦੇ ਨਿਹੰਗਾਂ ਨੇ ਕੀਤਾ ਸੀ। ਫਿਰ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਨੇ ਜਦੋਂ ਫਿਰ ਖਿੱਚਿਆ, ਫਿਰ ਮੁੜ ਕੇ ਸੂਤ ਆਏ, ਹੁਣ ਨਹੀਂ ਤੰਗ ਕਰਦੇ ਬਿਲਕੁਲ ਵੀ ਉਦੋਂ ਦੇ ਇਹ ਜਿਹੜੇ ਆ। ਬਿਲਕੁਲ ਜੀ, ਧੰਨਵਾਦ ਜੀ ਬਾਜਵਾ ਸਾਹਿਬ, ਥੈਂਕ ਯੂ। ਬਿਲਕੁਲ, ਇਹ ਈਵਨ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੀ ਉੱਪਰਲੀ ਜਿਹੜੀ ਆਖਰੀ ਗੁੰਬਦ ਤੱਕ ਤੁਸੀਂ ਚੜ੍ਹਦੇ ਹੁੰਦੇ ਸੀ। ਮੇਰੇ ਯਾਦ ਹੈ ਜਦ ਉਸੇ ਸਾਲ ਹੀ 78 ਹੋਣਾ ਜਾਂ 75 ਹੋਣਾ, ਜਾਂ ਇਹਨਾਂ ਸਾਲਾਂ ਦਾ ਮੇਰੇ ਯਾਦ ਨਹੀਂ, ਸਕੂਲ ਪੜ੍ਹਦੇ ਸਮੇਂ ਹੀ ਉੱਥੇ ਵੱਡੀਆਂ ਅਤੇ 2 ਛੋਟੀਆਂ ਪੈੜਾਂ ਜਿਹੜੀਆਂ ਬੱਚਿਆਂ ਦੀਆਂ, ਉਹ ਕਹਿੰਦੇ ਵੀ ਅਸੀਂ ਬਹੁਤ ਵਾਰ ਗਰਮਾਲੇ ਫੇਰ ਲਏ, ਸੀਮੈਂਟ ਦੇ ਪਾਣੀ ਫੇਰ ਲਏ, ਇਹ ਨਹੀਂ ਜਾਂਦੀਆਂ। ਉਹ ਵੀ ਮੈਂ ਵੇਖੀ। ਅਤੇ ਕੰਧ ਜਿਹੜੀ ਹੈ ਉਹ ਸ਼ੀਸ਼ੇ ਦੇ ਵਿੱਚ ਚਿਣੀ ਹੋਈ ਮੈਂ ਵੇਖੀ ਹੈ, ਮੇਰੇ ਯਾਦ ਹੈ। ਹੁਣ ਉੱਥੇ ਕੁਛ ਨਹੀਂ ਹੈ। ਈਵਨ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਗੁਰੂ ਸਾਹਿਬ ਜਦ ਚੱਲੇ ਨੇ ਮਾਛੀਵਾੜੇ ਤੋਂ, ਇਹਨਾਂ ਪਿੰਡਾਂ ਦੇ ਵਿੱਚ ਦੀ ਮਾਛੀਵਾੜੇ ਤੋਂ ਆਏ ਥੱਲੇ ਨੂੰ, ਨਹਿਰ ਸਾਡੇ ਪਿੰਡਾਂ ਦੇ ਕੋਲ ਦੀ ਕਲਾਲ, ਕਟਾਣਾ ਸਾਹਿਬ ਅਤੇ ਰਾਮਪੁਰ ਤੋਂ ਕਨੇਚ, ਸਾਹਨੇਵਾਲ, ਰੇਰੂ ਸਾਹਿਬ, ਅਤੇ ਉੱਥੋਂ ਫਿਰ ਟਿੱਬੇ ਤੋਂ ਬਾਅਦ ਫਿਰ ਆਲਮਗੀਰ ਪਹੁੰਚਦੇ ਨੇ। ਆਲਮਗੀਰ ਤੋਂ ਜੱਸੋਵਾਲ ਹੇਰਾਂ ਦੇ ਵਿੱਚ ਦੀ ਰਾਏਕੋਟ, ਲੰਮੇ ਜੱਟਪੁਰੇ, ਅਤੇ ਉਸ ਤੋਂ ਬਾਅਦ ਮਾਣੂਕੇ, ਇਹਨਾਂ ਪਿੰਡਾਂ ਦੇ ਵਿੱਚ ਦੀ ਉਹ ਲੰਘਦੇ ਆ। ਬਹੁਤ ਜਗ੍ਹਾ ਨੇ ਜਿੱਥੇ ਸਾਹਿਬ ਬੈਠੇ ਨੇ, ਉਹ ਇਹ ਰੇਰੂ ਦੇ ਦਰਖਤ ਨੇ ਜਾਂ ਬੇਰੀਆਂ ਨੇ ਜਾਂ ਪਿੱਪਲ ਨੇ। ਹੁਣ ਉਹ ਪਿੱਪਲਾਂ ਨੂੰ ਠਈਆਂ ਦੇ ਦਿੱਤੀਆਂ ਥੱਲੇ, ਤੇ ਗੁਰੂ ਘਰ ਨਾਲ ਉਸਾਰਤੇ, ਥੱਲੇ ਚਬੂਤਰੇ ਬਣਾਤੇ। ਇੰਨੀ ਵੀ ਸੋਚ ਨਹੀਂ ਵੀ ਇੱਥੇ ਜਗ੍ਹਾ, ਹੁਣ ਗੁਰੂ ਘਰ ਜਿਹੜਾ ਹੈ ਇਹਦੇ ਤੋਂ ਤੁਸੀਂ 20 ਮੀਟਰ 50 ਮੀਟਰ ਪਰਾਂ ਬਣਾ ਲਓ। ਘੱਟੋ ਘੱਟ ਉਹ ਇੱਕ ਜਗ੍ਹਾ ਜਿਹੜੀ, ਇੱਕ ਦਰਖਤ ਆ ਜਿਹੜਾ, ਜਿਸ ਨੂੰ ਖੁੱਲ੍ਹੀ ਜਗ੍ਹਾ ਚਾਹੀਦੀ ਆ ਮੌਲਣ ਦੇ ਲਈ, ਜਿੱਥੇ ਸਾਹਿਬ ਨਾਲੋਂ ਜੁੜੀ ਚੀਜ਼ ਹੈ, ਤੁਸੀਂ ਉਹਦੇ ਥੱਲੇ ਲੋਹੇ ਦੇ ਗਾਡਰ ਦਿੰਦੇ ਹੋ ਅਤੇ ਉੱਪਰ ਪੀਲੇ ਕੱਪੜੇ ਚਾੜ੍ਹ ਕੇ ਉਹਨੂੰ ਰੁੰਡ ਮਰੁੰਡ ਕਰਕੇ ਮੱਥੇ ਟਿਕਾਉਂਦੇ ਹੋ। ਘੱਟੋ ਘੱਟ ਉਸ ਨੂੰ ਗੁਰੂ ਘਰ ਹੈ ਜਿਹੜਾ, ਉਹਦੇ ਨਾਲ ਜ਼ਰੂਰ ਕੰਧ ਕਰਨੀ ਹੈ। ਜਿੱਧਰ ਨੂੰ ਉਹਨੇ ਦਰਖਤ ਨੇ ਜਾਣਾ ਉੱਧਰ ਨੂੰ ਜਾਂਦਾ ਨਹੀਂ, ਦੂਜੇ ਪਾਸੇ ਨੂੰ ਜਾਂਦਾ, ਅਨਬੈਲੈਂਸ ਹੁੰਦਾ, ਫਿਰ ਉਹਦੇ ਥੱਲੇ ਲੋਹੇ ਦੇ ਜਿਹੜੇ ਇੰਗਲੈਰਨ ਲਾ ਕੇ ਉਹਨੂੰ ਖੜਾਉਂਦੇ ਆ। ਮਤ ਦਵੇ ਕੌਣ?
ਕਹੇ ਕੌਣ? ਅਕਲ ਜਿਹੜੀ ਹੈ ਉਹਦੇ ਆਲੇ ਦੁਆਲੇ ਫਿਰ ਚਬੂਤਰੇ ਦੇ ਉੱਪਰ ਸੰਗਮਰਮਰ ਦੀਆਂ ਟੁਕੜੀਆਂ, ਆਲੇ ਦੁਆਲੇ ਸੀਮੈਂਟ, ਕਹਿੰਦੇ ਟੇਕੀ ਚੱਲੋ ਮੱਥਾ। ਹੁਣ ਉਹਨਾਂ ਜਗ੍ਹਾ ਦੇ ਥੱਲੇ ਜਹਾਜ਼ ਬਹੁਤ ਪਲਾਸਟਿਕ ਦੇ ਚੜ੍ਹਾਏ ਹੋਏ ਨੇ ਵੀ ਸੱਚਾ ਪਾਤਸ਼ਾਹ ਸਾਨੂੰ ਬਾਹਰ ਨੂੰ ਭੇਜ। ਵੀ ਗੁਰਦੁਆਰਾ ਸਾਹਿਬ ਜੇ ਤੁਹਾਨੂੰ ਪਤਾ ਹੈ ਪੁਰਾਤਨ ਜੰਡ ਹੈ, ਪੁਰਾਤਨ ਬੇਰੀ ਹੈ, ਪੁਰਾਤਨ ਪਿੱਪਲ ਹੈ, ਸਾਹਿਬ ਦੇ ਸਮੇਂ ਦਾ ਜਦੋਂ ਲੰਘੇ ਨੇ, ਇਤਿਹਾਸ ਤੁਹਾਡੇ ਕੋਲ ਆ। ਗੁਰਦੁਆਰਾ ਪਰਲੇ ਬੰਨੇ 20-25 ਮੀਟਰ ਬਣਾ ਲਓ, ਸਾਹਿਬ ਤਾਂ ਜਿੱਥੇ ਮਰਜ਼ੀ ਸਵੈਮਾਨ ਹੋਣ, ਜ਼ਬਰ ਤਖਤ ਦੇ ਮਾਲਕ ਨੇ ਉਹਦੇ ਜ਼ਰੂਰ ਜਿਹੜਾ ਨਾਲ ਕੰਧ ਗੁਰੂ ਘਰ ਦੀ ਜ਼ਰੂਰ ਪਿੱਪਲ ਦੇ ਵਿੱਚ ਫਸਾਉਣੀ ਹੈ। ਫਿਰ ਉਹ ਦੂਜੇ ਪਾਸੇ ਨੂੰ ਮੌਲਦਾ, ਫਿਰ ਉਹਦੇ ਥੱਲੇ ਡਈਆਂ ਦਿੰਦੇ ਨੇ। ਇੱਕ ਤਾਂ ਇਹ ਹੈ ਵੀ ਘਰੋਂ ਖਾ ਕੇ ਅਕਲ ਮਤ ਕੌਣ ਦੇਵੇ ਇਹ ਕੌਮ ਨੂੰ? ਉਹ ਕਰਦੇ ਨੇ ਕਾਰ ਸੇਵਾ ਵਾਲੇ ਆ ਕੇ, ਉਹਨਾਂ ਨੂੰ ਕੋਈ ਡੱਕਣ ਵਾਲਾ ਪਿੰਡ ਦਾ ਬੰਦਾ, ਕੋਈ ਪੰਚਾਇਤ ਪਿੰਡ ਦੀ, ਬਾਹਰਲੇ ਬੰਦੇ ਨੂੰ ਤੁਸੀਂ ਵਿੱਚ ਦੀ ਲੰਘਣ ਨਹੀਂ ਦਿੰਦੇ ਵੀ ਤੂੰ ਤੇਜ਼ ਲੰਘਿਆ ਹੋਵੇ। ਉਹ ਆ ਕੇ ਤੁਹਾਡੇ ਗੁਰਦੁਆਰੇ ਢਾਹ ਦਿੰਦੇ ਨੇ, ਕੋਈ ਨਹੀਂ ਰੋਕਦਾ ਉਹਨੂੰ। ਦੁੱਧ ਦੀਆਂ ਬਲਟੋਈਆਂ ਜਾ ਕੇ ਸਵੇਰੇ ਦਿੰਦੇ ਹੋ ਵੀ ਆਹ ਪੀ ਲਓ ਅਤੇ ਫੇਰ ਦਿਓ ਕਰਾਹ ਸਵਾਰ ਕੇ, ਅਤੇ ਰਵੇ ਨਾ ਜਗ੍ਹਾ ਕੋਈ। ਸਾਰਾ ਕੁਛ ਢਾਹਤਾ ਹੈ, ਸਾਰਾ ਕੁਛ ਉਜਾੜਤਾ ਹੈ। ਕਿਹਨੂੰ ਦੱਸਾਂਗੇ ਅੱਜ ਤੋਂ 100 ਸਾਲਾਂ ਨੂੰ ਇੱਥੇ ਵੀ ਇੱਥੋਂ ਗੁਰੂ, ਇੱਥੇ ਕਿਲ੍ਹਾ ਆਨੰਦਗੜ੍ਹ ਸੀ, ਅਤੇ ਇੱਥੋਂ ਨਿਕਲ ਕੇ ਜਿਹੜੀ ਹੈ ਬਰਸ਼ੀ ਨੇਜਾ ਬਰਸ਼ੀ ਜਿਹੜੀ ਹੈ ਉਹ ਮਾਰੀ ਸਿੱਧੀ ਜਾ ਕੇ ਬਚਿੱਤਰ ਸਿੰਘ ਨੇ। ਕਿਹਨੂੰ ਦਿਖਾਵਾਂਗੇ ਉੱਥੇ, ਕਿਹਨੂੰ ਦੱਸਾਂਗੇ? ਆਉਣ ਵਾਲੀ ਪੀੜ੍ਹੀ ਤਰਕ 'ਚੋਂ ਜੰਮੀ ਹੋਈ, ਉਹ ਕਹਿੰਦੇ ਨਾ ਅਸੀਂ ਤਾਂ ਮੰਨਦੇ ਨਹੀਂ। ਹੋਣ ਵਾਲੇ ਨਹੀਂ ਮੰਨਦੇ, ਆ ਤੁਰੇ ਫਿਰਦੇ ਨੇ ਜਿਹੜੇ ਨਾਲ ਦਾ, ਉਹ ਕਹਿੰਦੇ ਨਾ ਤਰਕ ਹੈ ਸਾਡਾ। ਉਹ ਤਾਂ ਸ੍ਰਿਸ਼ਟੀ ਦੀ ਗੱਲ ਉਹਨਾਂ ਨੂੰ ਪੁੱਛ ਲਓ ਵੀ ਕਿਵੇਂ ਸ਼ੁਰੂ ਹੋਈ ਹੈ। ਇਸ਼ਤਿਹਾਰ ਲਈ ਫਿਰਦੇ ਨੇ ਨਾਲ, ਕਿਤਾਬਚੇ ਲਈ ਫਿਰਦੇ ਨੇ, ਦੇਖੋ ਦੱਸਾਂ ਐਟਮ ਕਿਵੇਂ ਬਣਿਆ, ਮਾਦਾ ਕਿਵੇਂ ਬਣਿਆ। ਹਿੱਲੇ ਹੋਏ ਬੰਦਿਆਂ ਦਾ ਕੋਈ ਇਲਾਜ ਹੈ? ਸਰਬੰਤ ਸਿੰਘ ਤੂਰ ਜੀ, ਲਾਈਨ ਨੰਬਰ 1। ਹਾਂਜੀ ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਗੱਲ ਸਾਹਿਬ ਜਿਹੜੀ ਤੁਸੀਂ ਪੈੜਾਂ ਵਾਲੀ ਗੱਲ ਕੀਤੀ ਹੈ ਨਾ ਜੀ, ਬੱਚਿਆਂ ਦੀ, ਜੀ, ਜਦੋਂ ਉੱਥੇ ਪਲਾਸਟਰ ਕੀਤਾ ਸੀ ਸੱਜਰਾ ਜੀ, ਤੇ ਉਹਦੇ ਉੱਤੇ ਦੀ ਨਾ ਰੱਖ ਕੇ ਫੱਟਾ ਜਿਹਾ ਰੱਖਿਆ ਸੀ, ਤੇ ਅਸੀਂ ਉਹ ਗਿੱਲਾ ਸੀ, ਅਸੀਂ ਆਪ ਮੈਂ ਵੀ ਉਹ ਵੇਖੀਆਂ ਐ ਨੀਵੇਂ ਹੋ ਕੇ ਪੈੜਾਂ ਜਦੋਂ ਦੇਖਦੇ ਸੀ ਜੀ, ਸੱਚੀ ਮੁੱਚੀ ਦਿਖਾਈ ਦੇ ਰਹੀ ਸੀ। ਤੇ ਪਲਾਸਟਰ ਉੱਤੇ ਸੱਜਰਾ ਕੀਤਾ ਸੀ, ਪੈੜਾਂ ਉੱਭਰ ਆਈਆਂ ਸੀ। ਬਿਲਕੁਲ ਬਿਲਕੁਲ। ਇਹ ਉਸ ਦਿਨ ਦੀ ਗੱਲ ਹੈ, ਵਾਕਈ ਤੁਹਾਡੀ ਗੱਲ ਸਹੀ ਹੈ। ਓਕੇ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਤੂਰ ਸਾਹਿਬ। ਮੈਂ ਵੇਖੀਆਂ, ਮੇਰੇ ਯਾਦ ਆ ਗਈਆਂ ਜੀ ਗੱਲਾਂ। ਐਨੀਵੇਜ਼, ਇਹਨਾਂ ਸਭ ਤੋਂ ਉੱਪਰ ਉੱਠ ਕੇ ਚਲੋ ਅਸਥਾਨਾਂ ਦਾ ਤਾਂ ਉਹਨਾਂ ਨੇ ਕਰਤਾ, ਪਰ ਸਾਡੇ ਮਨ 'ਚੋਂ ਤਾਂ ਕੋਈ ਕੱਢ ਨਹੀਂ ਸਕਦਾ। ਸਾਨੂੰ ਯਾਦ ਜ਼ਰੂਰ ਰੱਖਣਾ ਚਾਹੀਦਾ ਇਹਨਾਂ ਦਿਨਾਂ ਨੂੰ। 8:46 ਹੋਇਆ ਜੀ। ਆ ਸਮਾਂ ਜਿਹਦੇ ਵਿੱਚ ਦੀ ਆਪਾਂ ਲੰਘ ਰਹੇ ਹਾਂ, ਠੰਡ ਅਤੇ ਮੰਫੀ ਤਾਪਮਾਨ, ਪਾਰਾ ਜਿਹੜਾ ਗਿਰ ਗਿਆ 0 ਤੋਂ ਥੱਲੇ। ਅਸੀਂ ਇਹਦੇ ਲਈ ਤਿਆਰ ਨਹੀਂ ਨਾ ਰਹਿਣ ਵਾਲੇ ਆਪਾਂ, ਅਤੇ ਗੱਡੀਆਂ ਚਲਾਉਣ ਦੀ। ਦੇਖੋ ਇੱਕ ਤਾਂ ਗੱਲ ਸ਼ਹਿਰਾਂ ਨੇ ਬੜਾ ਵਧੀਆ ਕੀਤਾ, ਖਾਸ ਤੌਰ 'ਤੇ ਸਰੀ ਦੇ ਵਿੱਚ ਸੜਕਾਂ ਜਿਹੜੀਆਂ ਨੇ ਉਹ ਬਹੁਤ ਸਾਫ਼ ਕੀਤੀਆਂ। ਮਿਊਨਸਪੈਲਿਟੀ ਨੇ, ਸਿਟੀ ਆਫ ਸਰੀ ਨੇ ਇਸ ਵਾਰ ਬਹੁਤ ਵਧੀਆ ਕੰਮ ਕੀਤਾ ਕਿ ਸੜਕ 'ਤੇ ਕਿਤੇ ਮੇਨ ਸੜਕ 'ਤੇ ਪੂਰਾ ਸਨੋ ਨਹੀਂ ਦਿਖਦੀ। ਪਰ ਅਸੀਂ ਇਹਨੂੰ -10, 11, 12 ਇਹਦੇ ਵਿੱਚ ਆਪਣਾ ਜ਼ਰੂਰ ਖਿਆਲ ਰੱਖਣਾ। ਗੱਡੀ ਸਟਾਰਟ ਜਦ ਕਰਨੀ ਹੈ ਅਤੇ ਉਹਨੂੰ ਗੱਡੀ ਤੱਕ ਪਹੁੰਚਣਾ ਹੈ, ਕਾਰ ਤੱਕ, ਮੇਕ ਸ਼ੋਰ ਕਰੋ ਗਰਮ ਹੋ ਜਾਵੇ 2-3 ਮਿੰਟ, 4 ਘੱਟੋ ਘੱਟ ਚੱਲ ਪਵੇ। ਉਸ ਤੋਂ ਬਾਅਦ ਇੱਕੋ ਹੀ ਵਧੀਆ ਸੂਤਰ ਹੈ ਇਸ ਸਮੇਂ ਸਲਿਪਿੰਗ ਜਾਂ ਸਲਿੱਪਰੀ ਜਾਂ ਗੱਡੀ ਚਲਾਉਣ ਦਾ, ਕਿ ਸਮਾਂ ਰੱਖੋ, ਵੱਧ ਸਮਾਂ ਲੈ ਕੇ ਜਾਓ। ਖੈਰ ਹਾਲੇ ਤਾਂ ਛੁੱਟੀਆਂ ਹੀ ਨੇ 5-4 ਦਿਨ, 31 ਤੋਂ ਬਾਅਦ 2-3 ਦਿਨ ਤੱਕ ਤੁਸੀਂ ਇਸ ਵੀਕਐਂਡ ਤੋਂ ਬਾਅਦ ਜ਼ਿਆਦਾਤਰ ਕੰਮਾਂ 'ਤੇ ਜਾਣਾ। ਸੋਮਵਾਰ ਜਿਹੜਾ 3 ਤਰੀਕ ਨੂੰ ਜਦ ਤੱਕ ਠੀਕ ਵੀ ਹੋ ਜਾਣਾ। ਪਰ ਵਧੀਆ ਇਹ ਹੈ ਕਿ ਡਿਸਟੈਂਸ ਅੱਗੇ ਗੱਡੀ ਤੋਂ ਚਾਹੀਦਾ, ਅਤੇ ਬ੍ਰੇਕ ਬਹੁਤ ਖਿਆਲ ਨਾਲ ਚੱਲੇ। ਆਪ ਨਾ ਡੇਪਿਓ ਗੱਡੀ ਤੱਕ ਜਾਂਦੇ ਜਾਂਦੇ, ਸੱਟ ਬਹੁਤ ਭੈੜੀ ਲੱਗਦੀ ਹੈ, ਇਹ ਜ਼ਰੂਰੀ ਹੈ। ਸ਼ੂਜ਼ ਜਿਹੜੇ ਨੇ ਉਹ ਤੁਹਾਡੇ ਨਿੱਘੇ, ਕੋਸ਼ਿਸ਼ ਕਰੋ ਜਿਹੜੇ ਥੋੜ੍ਹੇ ਜਿਹੇ ਉੱਚੇ ਜੁੱਤੀਆਂ ਨੇ ਉਹ ਤੁਹਾਡੀਆਂ ਪਾਈਆਂ ਹੋਣ ਤੁਹਾਡੇ, ਅਤੇ ਜਿਹੜੇ ਲੇਅਰਸ ਨੇ ਤੁਹਾਡੇ ਆਮ। ਹੁਣ ਇਹ ਜੈਕਟਸ ਦਾ ਜਿਹੜਾ ਸਮਾਂ, ਅਤੇ ਮਫਲਰ ਅਤੇ ਹੱਥ ਦੇ ਵਿੱਚ ਦਸਤਾਨੇ ਵਗੈਰਾ ਜ਼ਰੂਰ ਹੋਣ,
ਥੱਲੇ ਇੱਕ ਜ਼ਰੂਰ ਜਿਹੜੀ ਅੰਡਰ ਗਾਰਮੈਂਟਸ ਨੇ ਜਿਹੜੇ ਪੰਜਾਬੀਆਂ ਦਾ ਜਿਹੜਾ ਖੁੱਚੂ ਸ਼ਬਦ ਹੈ ਉਹ ਬੜਾ ਕੰਮ ਦਊ, ਉਹ ਜ਼ਰੂਰ ਹੈ, ਉਹਨੂੰ ਪਾ ਕੇ ਰੱਖੋ। ਕੰਮ ਜਿਹੜੇ ਚੱਲਦੇ ਰਹਿਣੇ ਨੇ ਬਾਹਰਲੇ ਕੰਮ, ਖਾਸ ਤੌਰ 'ਤੇ ਕੰਸਟਰਕਸ਼ਨ ਵਾਲੇ ਜਿੰਨੇ ਮੁੰਡੇ ਨੇ ਉਹ ਜ਼ਰੂਰ ਖਿਆਲ ਰੱਖਿਓ। ਉੱਚੇ ਉੱਪਰ ਚੜ੍ਹਦੇ ਹੋ ਜਦ ਕਿਤੇ ਸਲਿੱਪਰੀ ਹੋ ਸਕਦੀ ਹੈ, ਸਾਰਾ ਦਿਨ ਫਰੀਜ਼ਿੰਗ ਨਹੀਂ ਟੁੱਟਦੀ। ਹੋ ਸਕਦਾ ਤਾਂ ਜੇ ਅੰਦਰਲਾ ਕੰਮ ਕਰਦੇ ਹੋ, ਬਾਹਰਲੇ ਕੰਮ ਲਈ ਇਹ ਦਿਨ ਨਹੀਂ ਹੈਗੇ। ਸੱਟ ਨਾ ਖਾ ਲਿਓ, ਕੰਮ ਇੱਥੇ ਹੀ ਚੱਲਦੇ ਰਹਿਣਾ। ਘਰੇ ਪਏ ਬੰਦੇ ਨੂੰ ਕੋਈ ਨਹੀਂ ਪੁੱਛਦਾ, ਮੁੜ ਕੇ ਖੜੇ ਦਾ ਹੀ ਖਾਲਸਾ, ਤੁਰਦੇ ਫਿਰਦੇ ਦੀ। ਟਰੱਕਰਸ ਨੇ ਜਿੰਨੇ, ਖੈਰ ਤੁਸੀਂ ਤਾਂ ਯੂਜ਼ ਟੂ ਹੋ, ਜਦ ਇੱਦੋਂ ਬਾਹਰ ਨਿਕਲ ਜਾਂਦੇ ਹੋ ਸਰੀ ਤੋਂ 100 ਕਿਲੋਮੀਟਰ ਬਾਹਰਲੇ ਬੰਨੇ ਸਨੋ ਹੋਪ ਦੇ ਨੇੜਿਓਂ ਇਹ ਮੌਸਮ ਸ਼ੁਰੂ ਹੋ ਜਾਂਦਾ। ਅਮਰੀਕਾ ਵਾਲੇ ਪਾਸੇ ਆਰਾਮ ਆ, ਪਰ ਅਟਲਾਂਟਿਕ ਦੇ ਵਿੱਚ ਈਸਟਰਨ ਦੇ ਵਿੱਚ ਜਦ ਈਸਟਰਨ ਸਟੇਟਸ ਦੇ ਵਿੱਚ ਜਾਂਦੇ ਹੋ ਤਾਂ ਇਹਦੇ ਵਿੱਚ ਦੀ ਲੰਘਦੇ ਹੋ -30, 40, 50 ਡਿਗਰੀ ਤੱਕ ਟੈਂਪਰੇਚਰ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ। ਵੈਸਟਰਨ ਕੈਨੇਡਾ ਸਾਰਾ ਹੀ ਸੀਤ ਲਹਿਰ ਦੇ ਵਿੱਚ ਹੈ। ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਬਹੁਤ ਠੰਡ ਹੈ ਅਤੇ ਚਲੋ ਗੁਰੂ ਕਿਰਪਾ ਦੇ ਨਾਲ ਆਪਾਂ ਸਕੂਟਰਾਂ ਮੋਟਰਸਾਈਕਲਾਂ 'ਤੇ ਫਿਰਨ ਵਾਲੇ ਠੰਡ ਦੇ ਵਿੱਚ ਜਿਹੜਾ ਮਫਲਰ ਲਪੇਟ ਕੇ ਕਿਵੇਂ ਜਾਂਦੇ ਰਹੇ। ਹੁਣ ਤਾਂ ਗੱਡੀਆਂ ਤੁਹਾਡੀਆਂ ਸੀਟਾਂ ਸਟੀਅਰਿੰਗ ਤੱਕ ਗਰਮ ਹੈ ਅਤੇ ਫੋਨ ਤੋਂ ਗੱਡੀ ਸਟਾਰਟ ਹੋ ਜਾਂਦੀ, ਜਾਂਦਿਆਂ ਨੂੰ ਗਰਮ ਹੋ ਜਾਂਦੀ ਹੈ ਜਦੋਂ ਤੁਸੀਂ ਅੰਦਰ ਜਾਣਾ। ਅਤੇ ਘਰੋਂ ਹੀ ਖਾ ਪੀ ਕੇ ਜਾਣ ਦੀ ਕੋਸ਼ਿਸ਼ ਕਰੋ। ਚਾਹ ਦਾ ਕੱਪ ਤੁਰ ਕੇ ਜਦ ਫੜ ਕੇ ਜਾਂਦੇ ਹੋ, ਨਿਕਲਦੇ ਹੋ ਬਾਹਰ, ਉਹਦੇ ਵਿੱਚ ਨਾ ਹੁਣ ਦੁਵਿਧਾ 'ਚ ਪਵੋ। ਉਹ ਗਰਮੀ ਦੇ ਸਮੇਂ ਦਾ ਸਮਾਂ ਹੈ। ਹੁਣ ਤੁਹਾਡੇ ਦੋਨੇ ਹੱਥ ਸਟੀਅਰਿੰਗ 'ਤੇ ਚਾਹੀਦੇ ਨੇ ਅਤੇ ਖਿਆਲ ਨਾਲ ਗੱਡੀ ਚਲਾਓ, ਬਹੁਤ ਜ਼ਰੂਰੀ ਹੈ। ਬਾਕੀ ਆਲੇ ਦੁਆਲੇ ਕਿਤੇ ਦੇਖੋ ਕੋਈ ਜ਼ਰੂਰਤਮੰਦ ਹੈ, ਬੇਘਰੇ ਜਿਹੜੇ ਲੋਕ ਨੇ ਸਰੀ ਡਾਊਨਟਾਊਨ ਦੇ ਵਿੱਚ ਜ਼ਰੂਰ ਗੇੜਾ ਦਿਓ। ਘਰ ਦੇ ਵਿੱਚ ਤੁਹਾਡੇ ਕੋਲ ਕੱਪੜੇ ਨੇ, ਕੁਛ ਵੀ ਆ, ਦਸਤਾਨੇ ਨੇ ਜਿਹੜੇ ਪਹਿਨਣ ਯੋਗ ਨੇ, ਉਹ ਉਹਨਾਂ ਨੂੰ ਜ਼ਰੂਰ ਪਹੁੰਚਦੇ ਕਰੋ। ਗੱਡੀ 'ਚ ਰੱਖ ਲਓ, ਰਾਊਂਡ ਲਾ ਲਓ 108 ਤੋਂ 104 ਦੇ ਵਿੱਚ ਅਤੇ 132 ਤੋਂ ਲੈ ਕੇ 140 ਦੇ ਏਰੀਏ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਮਿਲਦਾ, ਰੋਕ ਕੇ ਉੱਥੋਂ ਤੋਂ ਮੰਗਦੇ ਨਹੀਂ, ਖੜਾਉਣੇ ਪੈਂਦੇ ਆ। ਇਹ ਬਹੁਤ ਜ਼ਰੂਰੀ ਹੈ। 25 ਤਰੀਕ ਨੂੰ ਗੁਰੂ ਕਿਰਪਾ ਨਾਲ ਸੇਵਾ ਉਦਣ ਕੀਤੀ 5-6 ਘੰਟੇ ਜਿਹੜੀ ਤਾਂ ਸਰਬੱਤ ਦਾ ਭਲਾ ਫਰੀ ਏਡ ਸੁਸਾਇਟੀ ਵੱਲੋਂ ਲੰਘ ਜਾਂਦੇ ਨੇ। ਉਹ ਇੱਕ ਨਸ਼ੇ ਦਾ ਜ਼ੋਰ ਆ, ਉੱਪਰੋਂ ਠੰਡ ਹੈ, ਦਿਮਾਗ ਸੁੰਨ ਹੋ ਜਾਂਦੇ ਨੇ, ਰੋਕ ਕੇ ਖੜਾਉਣੇ ਪੈਂਦੇ ਸੀ ਵੀ ਖੜ੍ਹ ਜਾਓ, ਤੁਸੀਂ ਕੱਪੜੇ ਤੁਹਾਡੇ ਪਾ ਦਈਏ, ਬਹਿ ਜਾਓ, ਖਾ ਲਓ, ਪੀ ਲਓ, ਫਿਰ ਖੜ੍ਹ ਜਾਂਦੇ ਸੀ। ਪਹਿਲਾਂ 5-4 ਮਿੰਟ ਤਾਂ ਉਹ ਸੁਰਤ 'ਚ ਨਹੀਂ ਆਉਂਦੇ, ਪਤਾ ਨਹੀਂ ਉਹਨਾਂ ਨੂੰ ਸਰੀਰ ਦੇ ਉੱਪਰੋਂ ਕੱਪੜੇ ਲੈ ਰਹੇ ਨੇ, ਬੂਟ ਭਿੱਜੇ ਹੋਏ ਨੇ, ਹੱਥ ਭਿੱਜੇ ਹੋਏ ਨੇ, ਲਾਲ ਹੱਥ ਹੋਏ ਹੋਏ, ਨੀਲੇ ਹੱਥ ਹੋਏ ਹੋਏ ਦੇਖ ਕੇ ਨਾਲੇ ਤਾਂ ਸ਼ੁਕਰ ਕਰੀਏ ਨਾਲੇ ਰੋਈਏ ਆਪ ਬਈ ਯਾਰ ਆਹ ਇਹ ਸਮਾਂ ਕਹਿ ਜਾ ਯਾਰ, ਕਹਿ ਜੇ ਇਹ ਵੀ ਸਾਡੇ ਵਰਗੇ ਇਨਸਾਨ ਨੇ, ਇਹਨਾਂ ਨੂੰ ਦਾਤੇ ਨੇ ਕੀ ਕਰ ਦਿੱਤਾ, ਕੀ ਇਹਨਾਂ ਦੀ ਲਿਖਤ ਹੈ ਜਿਹੜੀ ਜਿਹਦੇ ਵਿੱਚ ਦੀ ਇਹ ਲੰਘਦੇ ਆ। ਸੋ ਕਿਸਮਤ ਦੇ ਸੌਦੇ ਆ। ਫਲਾਈਟਸ ਨੇ ਜਿਨ੍ਹਾਂ ਦੀਆਂ ਘਰੋਂ ਕਨਫਰਮ ਕਰਕੇ ਚੱਲੋ, ਮੋਸਟਲੀ ਫਲਾਈਟਸ ਲੇਟ ਹੋ ਰਹੀਆਂ ਨੇ। ਕੋਵਿਡ ਟੈਸਟ ਆ ਜਿਹੜਾ 72 ਘੰਟੇ ਦੇ ਵਿੱਚ ਹੋਣਾ, ਉਹ ਬਹੁਤ ਜਿਹੜੀ ਉਸ ਦਾ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਬਜ਼ੁਰਗਾਂ ਨੂੰ ਘਰੇ ਆ ਕੇ ਵੀ ਕਰ ਜਾਂਦੇ ਨੇ। ਉਸ ਦਾ ਖਿਆਲ ਰੱਖੋ। ਜਦ ਜਾਣਾ ਤੁਸੀਂ ਸਮਾਂ ਲੈ ਕੇ ਜਾਓ। ਅਤੇ ਭਾਈਚਾਰੇ ਦੀ ਇੱਕ ਵਧੀਆ ਕੰਪਨੀ ਹੈ ਜਿਹੜੀ ਵਿੰਸ ਸਾਰੇ, ਉਹਨਾਂ ਨੇ ਫੈਮਿਲੀ ਪ੍ਰਾਇਮਰੀ ਅਤੇ ਅਰਜੈਂਟ ਕੇਅਰ ਸੈਂਟਰ ਜਿਹੜਾ ਉਹਨਾਂ ਨੇ ਖੋਲ੍ਹਿਆ ਹੋਇਆ, ਅਤੇ ਉਹ ਟੈਸਟ ਵਗੈਰਾ ਘਰੇ ਆ ਕੇ ਸਾਰਾ ਕਰ ਦਿੰਦੇ ਨੇ। ਉਹਦੀ ਐਡਵਰਟਾਈਜ਼ਮੈਂਟ ਆਪਾਂ ਪਹਿਲਾਂ ਕਰਦੇ ਰਹੇ ਹਾਂ ਅਤੇ ਹੁਣ ਵੀ ਉਹਦਾ ਨੰਬਰ ਤੁਸੀਂ ਜੇ ਚਾਹੋ ਲੈ ਸਕਦੇ ਹੋ ਆਪਣੇ ਰਿਸੈਪਸ਼ਨ ਤੋਂ। ਸੋ ਇਹ ਉੱਥੇ ਜਿਹੜੀ ਖੱਜਲ ਖੁਆਰੀ ਨਾ ਹੋਵੇ। ਉੱਧਰੋਂ ਜਦ ਆਉਂਦੇ ਹੋ ਉਹ ਪੰਜਾਬ 'ਚ ਜ਼ਰੂਰ ਦੱਸੋ ਬਈ ਉੱਥੋਂ 10 ਘੰਟੇ ਪਹਿਲਾਂ ਸੱਦਦੇ ਆ ਸਿਰਫ ਟੈਸਟ ਕਰਾਉਣ ਨੂੰ ਦਿੱਲੀ ਏਅਰਪੋਰਟ 'ਤੇ। ਉੱਥੇ ਟੈਸਟ ਦੇ ਕੇ ਨੇੜੇ ਦੇ ਕਿਸੇ ਹੋਟਲ ਦੇ ਵਿੱਚ ਚਲੇ ਜਾਓ, ਆਰਾਮ ਕਰ ਲਓ। ਜ਼ਿੰਦਗੀ ਤੋਂ ਉੱਪਰ ਕੁਛ ਨਹੀਂ। ਇਹ ਹਜ਼ਾਰ ਹਜ਼ੂਰ ਅਤੇ ਡਾਲਰ ਸ਼ਾਲਰ ਇੱਥੇ ਰਹਿ ਜਾਣੇ ਨੇ, ਔਖੇ ਨਾ ਹੋਵੋ। ਜਦ ਤੁਸੀਂ ਪੰਜਾਬ ਪਹੁੰਚੇ ਹੋ ਉੱਥੋਂ ਮੁੜ ਕੇ ਆਉਣਾ, ਉਹ 7-8 ਘੰਟੇ ਪਹਿਲਾਂ ਏਅਰਪੋਰਟ 'ਤੇ ਸੱਦਦੇ ਆ, ਦੇ ਕੇ ਟੈਸਟ ਦੁਬਾਰਾ ਕਿਸੇ ਨੇੜੇ ਹੋਟਲ 'ਚ ਚਲੇ ਜਾਓ, ਆਰਾਮ ਕਰੋ, ਫਿਰ ਦੇਖ ਲਓ ਉਹਦੇ ਸਟੇਟਸ ਦੇਖ ਲਓ ਫਲਾਈਟ ਦਾ, ਜਦ ਉਹਦਾ ਸਹੀ ਸਮਾਂ ਅਤੇ ਦੁਬਾਰਾ ਏਅਰਪੋਰਟ 'ਤੇ ਆ ਜਾਓ। ਇਹ ਖਿਆਲ ਰੱਖੋ। ਹੁਣ ਸਮੀਰ ਕੌਸ਼ਲ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ ਜੀ।
ਕੱਲ੍ਹ ਨੂੰ ਸਵੇਰੇ 7:10 ਤੇ ਫੇਰ ਤੁਹਾਡੇ ਨਾਲ ਸਾਂਝ ਪਏਗੀ। ਰੱਬ ਰਾਖਾ।